ਕਮਨ ਮੁਖ ਚੰਦ ਹਿਵੈ ਕਰ ਛਾਇਆ। ਕਮਨ ਮੁਖ ਚੰਦ ਹਿਵੈ ਕਰ ਛਾਇਆ। ਕਮਨ ਮੁਖ ਦਾ ਮਤਲਬ ਕਿਸ ਦੁਆਰੇ ਤੋਂ, ਕਿਸ ਵਸੀਲੇ ਦੇ ਰਾਹੀਂ। ਕਮਨ ਮੁਖ ਦਾ ਅਰਥ ਹੈਗਾ ਕਿਸ ਵਸੀਲੇ ਰਾਹੀਂ, ਕਿਸ ਤਰ੍ਹਾਂ, ਕਿਹੜੇ ਢੰਗ ਦੇ ਨਾਲ। ਹਿਵੈ ਘਰ ਦਾ ਮਤਲਬ ਹੈ ਬਰਫ਼ ਦਾ ਘਰ। ਹਿਵੈ ਦਾ ਮਤਲਬ ਹੁੰਦਾ ਹੈ ਬਰਫ਼, ਬਰਫ਼ ਦਾ ਘਰ। ਬਰਫ਼ ਦਾ ਘਰ ਮਤਲਬ ਸ਼ਾਂਤੀ ਦਾ ਘਰ, ਠੰਡਕ ਦਾ ਘਰ। ਤੇ ਛਾਇਆ ਦਾ ਅਰਥ ਹੈਗਾ ਪ੍ਰਭਾਵ ਪਾਈ ਰੱਖੇ, ਪ੍ਰਭਾਵ ਪਾਈ ਰੱਖੇ। ਕਮਨ ਮੁਖ ਕਿਸ ਜਰੀਏ, ਹਿਵੈ ਘਰ ਠੰਡ ਦਾ ਘਰ, ਸ਼ਾਂਤੀ ਦਾ ਸੋਮਾ। ਛਾਇਆ ਦਾ ਮਤਲਬ ਛਾਇਆ ਰਹਿ, ਪ੍ਰਭਾਵ ਪਾਈ ਰੱਖੇ। ਤਾਂ ਜੋਗੀਆਂ ਦਾ ਸਵਾਲ ਹੈ ਕਿ ਕਿਸ ਢੰਗ ਦੇ ਨਾਲ ਮਨੁੱਖ ਦੇ ਮਨ ਵਿੱਚ ਸ਼ੀਤਲਤਾ ਦਾ ਘਰ ਚੰਦਰਮਾ ਟਿਕਿਆ ਰਹੇ। ਸਾਰੀ ਪੰਕਤੀ ਦਾ ਭਾਵ ਹੈ ਕਿ ਕਿਸ ਢੰਗ ਦੇ ਨਾਲ ਮਨੁੱਖੀ ਮਨ ਦੇ ਅੰਦਰ ਸ਼ਾਂਤੀ ਬਣੀ ਰਹੇ, ਠੰਡਕ ਬਣੀ ਰਹੇ। ਕਿਉਂਕਿ ਮਨੁੱਖ ਦੇ ਅੰਦਰ ਵਿਕਾਰਾਂ ਦੀ ਅੱਗ ਹੈ ਨਾ, ਤਾਂ ਕਿਸ ਤਰੀਕੇ ਦੇ ਨਾਲ ਮਨੁੱਖੀ ਮਨ ਦੇ ਅੰਦਰ ਸ਼ਾਂਤੀ ਬਣੀ ਰਹੇ। ਤੇ ਦੂਜਾ ਸਵਾਲ ਕਰ ਰਹੇ ਨੇ, ਕਵਨ ਮੁਖ ਸੂਰਜ ਤਪੈ ਤਪਾਇਆ। ਸੂਰਜ ਦਾ ਇੱਥੇ ਅਰਥ ਹੈ ਗਿਆਨ ਦਾ ਸੂਰਜ। ਕਿ ਕਿਸ ਢੰਗ ਦੇ ਨਾਲ ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ, ਯਾਨੀ ਕਿਸ ਢੰਗ ਦੇ ਨਾਲ ਮਨੁੱਖੀ ਜ਼ਿੰਦਗੀ ਦੇ ਅੰਦਰ ਗਿਆਨ ਦਾ ਚਾਨਣਾ ਵੀ ਰਹੇ। ਹੁਣ ਦੇਖੋ ਇਹ ਅਲੱਗ ਚੀਜ਼ਾਂ ਨੇ, ਸੂਰਜ ਔਰ ਚੰਦਰਮਾ। ਸੂਰਜ ਦਿਨ ਵਿੱਚ ਹੈ, ਚੰਦਰਮਾ ਰਾਤ ਵਿੱਚ ਹੈ। ਲੇਕਿਨ ਚੰਦਰਮਾ ਨੂੰ ਠੰਡ ਦਾ ਸੋਮਾ ਮੰਨਿਆ ਗਿਆ ਤੇ ਸੂਰਜ ਦੇ ਅੰਦਰ ਨਿੱਘ ਹੈ ਔਰ ਪ੍ਰਕਾਸ਼। ਚੰਦਰਮਾ ਦਾ ਆਪਣਾ ਪ੍ਰਕਾਸ਼ ਕੋਈ ਨਹੀਂ। ਤਾਂ ਕਿਸ ਢੰਗ ਦੇ ਨਾਲ ਮਨ ਦੇ ਅੰਦਰ ਸ਼ੀਤਲਤਾ ਵੀ ਟਿਕੀ ਰਹੇ, ਚੰਦਰਮਾ ਵੀ, ਔਰ ਕਿਸ ਢੰਗ ਦੇ ਨਾਲ ਮਨ ਦੇ ਅੰਦਰ ਸੂਰਜ ਵੀ ਚਮਕਦਾ ਰਹੇ, ਗਿਆਨ ਦਾ ਪ੍ਰਕਾਸ਼ ਵੀ ਰਹੇ। ਯਾਨੀ ਗਿਆਨ ਵੀ ਹੋਵੇ ਬੰਦੇ ਨੂੰ, ਔਰ ਗਿਆਨ ਹੁੰਦਿਆਂ ਹੋਇਆਂ ਉਹ ਮਨੁੱਖ ਦੇ ਅੰਦਰ ਸ਼ੀਤਲਤਾ ਵੀ ਟਿਕੀ ਰਹੇ। ਇਹ ਸਵਾਲ ਸਿੱਧ ਕਰ ਰਹੇ ਨੇ। ਕਮਨ ਮੁਖ ਕਾਲ ਜੋਹਤ ਨਿਤ ਰਹਿ। ਇੱਥੇ ਰਹਿ ਦਾ ਮਤਲਬ ਰਹਿੰਦਾ ਨਹੀਂ ਹੈ, ਇੱਥੇ ਰਹਿ ਦਾ ਮਤਲਬ ਹੈ ਕਿਵੇਂ ਮੁੱਕ ਜਾਏ, ਖਤਮ ਕਿਵੇਂ ਹੋ ਜਾਏ। ਕਮਨ ਮੁਖ ਦਾ ਮਤਲਬ ਕਿਸ ਤਰ੍ਹਾਂ। ਜੋਹਤ ਦਾ ਮਤਲਬ ਹੈ ਤੱਕਣਾ। ਇਸ ਢੰਗ ਦੇ ਨਾਲ ਕਾਲ ਨਿਤ ਤੱਕਣੋਂ ਰਹਿ ਜਾਏ, ਭਾਵ ਕਿਵੇਂ ਹਰ ਵੇਲੇ ਮੌਤ ਦਾ ਸਹਿਮ ਮੁੱਕ ਜਾਏ। ਬੰਦੇ ਦੇ ਅੰਦਰ ਮੌਤ ਦਾ ਸਹਿਮ ਹੈ ਨਾ, ਸਰੀਰਕ ਮੌਤ ਵੀ, ਇਹਦਾ ਡਰ ਵੀ ਬੰਦੇ ਦੇ ਅੰਦਰ ਟਿਕਿਆ ਰਹਿੰਦਾ ਹੈ। ਔਰ ਆਤਮਿਕ ਮੌਤ ਦਾ ਖਤਰਾ ਵੀ ਹਰ ਵਕਤ ਮਨੁੱਖੀ ਮਨ ਦੇ ਅੰਦਰ ਹੈ। ਜੋ ਸੱਚ ਦੇ ਰਾਹਾਂ ਤੇ ਤੁਰਨ ਵਾਲੇ ਨੇ ਉਹ ਇਸ ਚੀਜ਼ ਤੋਂ ਚਿੰਤਿਤ ਨੇ ਕਿ ਆਤਮਿਕ ਮੌਤ ਨਾ ਹੋਵੇ, ਬੰਦੇ ਦਾ ਮਨ ਵਿਕਾਰਾਂ ਦੇ ਵਿੱਚ ਨਾ ਚਲਾ ਜਾਏ। ਤਾਂ ਕਿਹੜਾ ਉਹ ਤਰੀਕਾ ਹੈ ਜਿਸ ਕਰਕੇ ਬੰਦਾ ਆਤਮਿਕ ਮੌਤ ਦੇ ਖਤਰੇ ਤੋਂ ਵੀ ਬਚਿਆ ਰਹੇ ਔਰ ਸਰੀਰਕ ਜੋ ਮੌਤ ਦਾ ਡਰ ਹੈ ਉਹ ਵੀ ਮੁੱਕੇ। ਕਮਨ ਬੁੱਧ ਗੁਰਮੁਖ ਪਾਤਰ ਹੈ। ਕਮਨ ਬੁੱਧ ਦਾ ਮਤਲਬ ਕਿਹੜੀ ਬੁੱਧੀ ਹੈ, ਕਿਹੜੀ ਸਮਝ ਹੈ ਜਿਸ ਕਰਕੇ ਗੁਰਮੁਖ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਪਾਤਰ ਹੈ ਦਾ ਮਤਲਬ ਪਤ ਰਹਿੰਦੀ ਹੈ, ਇੱਜ਼ਤ ਬਣੀ ਰਹਿੰਦੀ ਹੈ। ਹੁਣ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ ਉਹਦੀ ਹਮੇਸ਼ਾ ਇੱਜ਼ਤ ਬਣੀ ਰਹਿੰਦੀ ਹੈ। ਤੇ ਸਿੱਧ ਸਵਾਲ ਕਰ ਰਹੇ ਨੇ ਕਿ ਉਹ ਕਿਹੜੀ ਮੱਤ ਹੈ, ਉਹ ਕਿਹੜੀ ਸਮਝ ਹੈ, ਕਿਹੜਾ ਗਿਆਨ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਕੋਲ, ਜਿਸ ਗਿਆਨ ਰਾਹੀਂ ਉਹਦੀ ਹਮੇਸ਼ਾ ਇੱਜ਼ਤ ਬਣੀ ਰਹਿੰਦੀ ਹੈ। ਪਵਨ ਜੋਧ ਜੋ ਕਾਲ ਸੰਘਾਰੈ। ਜੋਧ ਦਾ ਮਤਲਬ ਹੈ ਯੋਧਾ, ਸੂਰਮਾ। ਉਹ ਕਿਹੜਾ ਸੂਰਮਾ ਹੈ ਜੋ ਮੌਤ ਦੇ ਭੌ ਨੂੰ ਮਾਰ ਲੈਂਦਾ। ਸੰਘਾਰੇ ਦਾ ਮਤਲਬ ਮਾਰ ਦੇਵੇ। ਐਸਾ ਕਿਹੜਾ ਸੂਰਮਾ ਹੈ ਜੋ ਮੌਤ ਦੇ ਡਰ ਨੂੰ ਖਤਮ ਕਰ ਦੇਵੇ। ਬੋਲੇ ਬਾਣੀ ਨਾਨਕ ਵਿਚਾਰੇ। ਨਾਨਕ ਕਹਿੰਦਾ ਹੈ ਕਿ ਗੋਸ਼ਟ ਦੇ ਸਿਲਸਿਲੇ ਵਿੱਚ ਜੋਗੀਆਂ ਨੇ ਪੁੱਛਿਆ ਕਿ ਇਹ ਵਿਚਾਰ ਦੀ ਗੱਲ ਜਿਹੜੀ ਹੈ ਦੱਸੋ। ਇਹ ਜਿਹੜੇ ਸਵਾਲ ਪੁੱਛੇ ਨੇ ਇਹਨਾਂ ਸਵਾਲਾਂ ਦੇ ਸਾਨੂੰ ਉੱਤਰ ਦਿਓ ਔਰ ਇਹ ਸਾਡੇ ਨਾਲ ਜਿਹੜੀ ਹੈ ਵਿਚਾਰ ਸਾਂਝੀ ਕਰੋ। ਉਹ ਕਿਹੜੇ ਸਵਾਲ ਨੇ ਮੈਂ ਫਿਰ ਆਪ ਦੇ ਨਾਲ ਦੁਹਰਾ ਦਿਆਂ ਕਿ ਕਿਸ ਢੰਗ ਦੇ ਨਾਲ ਮਨੁੱਖੀ ਮਨ ਦੇ ਅੰਦਰ ਸ਼ੀਤਲਤਾ ਬਣੀ ਰਹੇ, ਇਸ ਤਰੀਕੇ ਰਾਹੀਂ ਮਨੁੱਖ ਦੇ ਅੰਦਰ ਗਿਆਨ ਦਾ ਸੂਰਜ ਚੜਿਆ ਰਹੇ। ਉਹ ਕਿਹੜਾ ਤਰੀਕਾ ਹੈ ਜਿਸ ਕਰਕੇ ਮਨੁੱਖ ਆਤਮਿਕ ਮੌਤ ਤੋਂ ਬਚ ਜਾਏ। ਉਹ ਕਿਹੜੀ ਬੁੱਧ ਹੈ, ਕਿਹੜੀ ਸਮਝ ਹੈ ਜਿਹੜੀ ਸਮਝ ਕਰਕੇ
ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਮਨੁੱਖ ਦੀ ਇੱਜ਼ਤ ਹਮੇਸ਼ਾ ਬਣੀ ਰਹਿੰਦੀ ਹੈ। ਉਹ ਕਿਹੜਾ ਸੂਰਮਾ ਹੈ ਜਿਹੜਾ ਮੌਤ ਦੇ ਭੈ ਨੂੰ ਖਤਮ ਕਰ ਦਿੰਦਾ ਹੈ? ਹੇ ਨਾਨਕ, ਸਾਨੂੰ ਇਹਨਾਂ ਗੱਲਾਂ ਦੀ ਵਿਚਾਰ ਦੱਸੋ। ਤਾਂ ਗੁਰੂ ਸਾਹਿਬ ਜੀ ਹੁਣ ਇਹਨਾਂ ਸਵਾਲਾਂ ਦੇ ਉੱਤਰ ਦੇ ਰਹੇ ਨੇ। ਸ਼ਬਦ ਭਾਖਤ ਸਸ ਜੋਤ ਅਪਾਰਾ। ਸ਼ਬਦ ਭਾਖਤ ਸਸ ਜੋਤ ਅਪਾਰਾ। ਸਸ ਦਾ ਮਤਲਬ ਹੈਗਾ ਚੰਦਰਮਾ, ਭਾਖਤ ਦਾ ਮਤਲਬ ਉਚਾਰਦੇ ਆ, ਸ਼ਬਦ ਦਾ ਮਤਲਬ ਗੁਰੂ ਦਾ ਜੋ ਉਪਦੇਸ਼ ਹੈ, ਸਿਫਤ ਸਲਾਹ ਹੈ, ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦੀ ਜੋ ਵਿਚਾਰ ਹੈ। ਸਤਿਗੁਰ ਦਾ ਸ਼ਬਦ ਉਚਾਰਦੇ ਆ, ਚੰਦਰਮਾ ਦੀ ਅਪਾਰ ਜੋਤ ਪ੍ਰਗਟ ਹੋ ਜਾਂਦੀ ਹੈ। ਯਾਨੀ ਸਿਫਤ ਸਲਾਹ ਕਰਦੇ ਆ, ਜੋ ਚੰਦਰਮਾ ਹੈ ਉਹ ਅੰਦਰ ਟਿਕਿਆ ਰਹਿੰਦਾ ਹੈ। ਤੇ ਚੰਦਰਮਾ ਦਾ ਮਤਲਬ ਹੈ ਸ਼ਾਂਤੀ, ਕਿਉਂਕਿ ਸਵਾਲ ਸੀ ਨਾ ਕਿ ਕਿਵੇਂ ਬਰਫ਼ ਦਾ ਘਰ ਚੰਦਰਮਾ ਸ਼ਾਂਤੀ ਦਾ ਪ੍ਰਤੀਕ ਹੈ। ਚੰਦਰਮਾ ਤਾਂ ਕਿਵੇਂ ਸਾਡੇ ਮਨ ਦੇ ਅੰਦਰ ਸ਼ਾਂਤੀ ਟਿਕੀ ਰਹਿ ਸਕਦੀ ਹੈ, ਮਨ ਸ਼ਾਂਤ ਕਿਵੇਂ ਰਹਿ ਸਕਦਾ ਹੈ? ਸ਼ਬਦ ਭਾਖਤ, ਤੇ ਸ਼ਬਦ ਦਾ ਮਤਲਬ ਹੈ ਪ੍ਰਭੂ ਦੇ ਗੁਣ, ਸਿਫਤ ਸਲਾਹ। ਜਦੋਂ ਬੰਦਾ ਸਿਫਤ ਸਲਾਹ ਕਰਦਾ ਹੈ ਨਾ, ਗੁਣਾਂ ਦੇ ਨਾਲ ਜੁੜਦਾ ਹੈ, ਗੁਰੂ ਦੇ ਉਪਦੇਸ਼ ਦੇ ਨਾਲ ਜੁੜਦਾ ਹੈ, ਉਦੋਂ ਬੰਦੇ ਦਾ ਮਨ ਸ਼ਾਂਤ ਹੋ ਜਾਂਦਾ ਹੈ। ਉਦੋਂ ਇਹਦੇ ਅੰਦਰ ਚੰਦਰਮਾ ਦੀ ਜੋਤ ਪ੍ਰਗਟ ਹੁੰਦੀ ਹੈ, ਯਾਨੀ ਉਦੋਂ ਮਨ ਦੇ ਅੰਦਰ ਸ਼ਾਂਤੀ ਟਿਕਦੀ ਹੈ। ਔਰ ਇਹ ਗੱਲ ਬਿਲਕੁਲ ਸਮਝ ਵਿੱਚ ਆਉਂਦੀ ਹੈ ਜੇ ਅਸੀਂ ਪਿਆਰ ਨਾਲ ਸਮਝੀਏ। ਹੁਣ ਸਪੋਜ਼ ਅਸੀਂ ਗੁਣਾਂ ਦੀ ਗੱਲ ਕਰ ਰਹੇ ਹਾਂ, ਸੱਚ ਦੀ, ਸੰਤੋਖ ਦੀ, ਦਇਆ ਦੀ, ਧਰਮ ਦੀ, ਧੀਰਜ ਦੀ, ਨਿਰਵੈਰਤਾ ਦੀ, ਨਿਰਭੈਤਾ ਦੀ। ਇਹ ਗੁਣ ਅਸੀਂ ਮਨ ਵਿੱਚ ਟਿਕਾ ਲਈਏ ਤਾਂ ਮਨ ਦੇ ਅੰਦਰ ਸ਼ਾਂਤੀ ਆ ਜਾਏਗੀ। ਮਨ ਦੇ ਅੰਦਰ ਜਿਹੜੀ ਅਸ਼ਾਂਤੀ ਹੈ ਉਹ ਔਗਣਾ ਕਰਕੇ ਹੈ। ਚਾਹੇ ਉਹ ਕ੍ਰੋਧ ਅੰਦਰ ਹੈ ਤਾਂ ਅਸ਼ਾਂਤ ਹੈ ਬੰਦਾ, ਲੋਭ ਕਰਕੇ ਅਸ਼ਾਂਤ ਹੈ, ਹੰਕਾਰ ਕਰਕੇ ਅਸ਼ਾਂਤ ਹੈ, ਵਿਕਾਰਾਂ ਕਰਕੇ ਅਸ਼ਾਂਤ ਹੈ ਨਾ। ਤਾਂ ਜਦੋਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਉਚਾਰਦੇ ਹਾਂ, ਉਦੋਂ ਮਨ ਦੇ ਅੰਦਰ ਸ਼ਾਂਤੀ ਟਿਕ ਜਾਂਦੀ ਹੈ। ਇਸ ਲਈ ਇਸ ਮਨ ਦੀ ਸ਼ਾਂਤੀ ਵਾਸਤੇ ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਜਟਾਵਾਂ ਵਧਾਉਣ ਦੀ ਲੋੜ ਨਹੀਂ, ਕੰਨਾਂ ਵਿੱਚ ਮੁੰਦਰਾ ਪਾਉਣ ਦੀ ਲੋੜ ਨਹੀਂ। ਲੋੜ ਤਾਂ ਗੁਣਾਂ ਦੇ ਧਾਰਨੀ ਹੋਣ ਦੀ ਹੈ, ਸਿਫਤ ਸਲਾਹ ਦੀ। ਤੇ ਗੁਣਾਂ ਵਾਸਤੇ ਸਾਨੂੰ ਸੰਸਾਰ ਛੱਡਣ ਦੀ ਜ਼ਰੂਰਤ ਥੋੜਾ ਹੈ, ਸਗੋਂ ਘਰ ਪਰਿਵਾਰ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਅਸੀਂ ਇਹਨਾਂ ਗੁਣਾਂ ਨੂੰ ਮਨ ਦੇ ਅੰਦਰ ਟਿਕਾ ਕੇ ਤੇ ਮਨ ਦੀ ਸ਼ਾਂਤੀ ਦੁਨੀਆ ਦਾ ਹਰ ਇਨਸਾਨ ਪ੍ਰਾਪਤ ਕਰ ਸਕਦਾ ਹੈ। ਸਸ ਕਰ ਸੂਰ ਵਸੈ ਮਿਟੇ ਅੰਧਿਆਰਾ। ਸਸ ਦਾ ਮਤਲਬ ਹੈ ਚੰਦਰਮਾ, ਘਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਘਰ ਵਿੱਚ। ਸੂਰ ਦਾ ਮਤਲਬ ਹੈ ਸੂਰਜ, ਇੱਥੇ ਸੂਰਜ ਦਾ ਮਤਲਬ ਹੈ ਗਿਆਨ। ਤਾਂ ਚੰਦਰਮਾ ਦੇ ਘਰ ਵਿੱਚ ਯਾਨੀ ਸੂਰਜ ਅਵਸਥਾ ਹੈ। ਚੰਦਰਮਾ ਦਾ ਮਤਲਬ ਸ਼ਾਂਤ ਹਿਰਦਾ, ਜਿੱਥੇ ਹੁਣ ਵਿਕਾਰਾਂ ਦੀ ਅੱਗ ਨਹੀਂ ਹੈ, ਜਿੱਥੇ ਸ਼ੁਭ ਗੁਣ ਨੇ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਉਸ ਸ਼ਾਂਤ ਹਿਰਦੇ ਦੇ ਅੰਦਰ ਗੁਰੂ ਦਾ ਗਿਆਨ ਵਸ ਜਾਂਦਾ ਹੈ। ਤੇ ਜਦੋਂ ਗੁਰੂ ਦਾ ਗਿਆਨ ਸ਼ਾਂਤ ਹਿਰਦੇ ਦੇ ਅੰਦਰ ਵਸ ਜਾਂਦਾ ਨਾ, ਤਾਂ ਉਹਦੀ ਜ਼ਿੰਦਗੀ ਦੇ ਅੰਦਰ ਗਿਆਨ ਦਾ ਸੂਤਮਕ ਪੈਂਦਾ ਹੈ। ਜ਼ਿੰਦਗੀ ਚੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਉਹਦੇ ਜੀਵਨ ਦੇ ਅੰਦਰ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਦੂਜਿਆਂ ਨੂੰ ਵੀ ਨਿੱਘ ਦਿੰਦਾ ਹੈ, ਫਿਰ ਦੂਜਿਆਂ ਨੂੰ ਵੀ, ਦੂਜਿਆਂ ਦੇ ਜੀਵਨ ਦੇ ਵਿੱਚ ਵੀ ਉਹ ਚਾਨਣਾ ਕਰਦਾ ਹੈ, ਜਿਸ ਤੇ ਆਪਣੇ ਜੀਵਨ ਵਿੱਚ ਚਾਨਣਾ ਹੋ ਜਾਏ। ਹੁਣ ਸ਼ਾਂਤ ਹਿਰਦੇ ਦੇ ਅੰਦਰ ਗਿਆਨ ਟਿਕੇਗਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਾਪ ਨੇ, ਅਪਰਾਧ ਨੇ, ਜੋ ਨਸ਼ਿਆਂ ਦੇ ਵਿੱਚ ਖਰਚਤ ਹੈ, ਉੱਥੇ ਗਿਆਨ ਕਿੱਥੇ? ਜੇ ਮਨੁੱਖੀ ਹਿਰਦੇ ਦੇ ਅੰਦਰ ਗੁਣ ਆ ਜਾਣ, ਹਿਰਦਾ ਸ਼ਾਂਤ ਹੋ ਜਾਏ, ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਏ, ਔਰ ਫਿਰ ਗੁਰੂ ਗਿਆਨ ਦਾ ਦੀਵਾ ਅੰਦਰ ਜਗ ਜਾਏ, ਗੁਰੂ ਗਿਆਨ ਦੇ ਚਾਨਣੇ ਦੇ ਅੰਦਰ ਬੰਦਾ ਜੀਵੇ, ਤਾਂ ਫਿਰ ਚੰਦਰਮਾ ਔਰ ਸੂਰਜ ਇਕੱਠੇ ਹੋ ਗਏ ਨਾ, ਸ਼ਾਂਤੀ ਵੀ ਆ ਗਈ ਔਰ ਗਿਆਨ ਵੀ ਆ ਗਿਆ। ਜਦੋਂ ਮਨੁੱਖੀ ਮਨ ਦੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੁੰਦਾ ਹੈ, ਉਦੋਂ ਅੰਦਰ ਸੂਰਜ ਚਮਕ ਪੈਂਦਾ ਹੈ। ਤੇ ਜਦੋਂ ਮਨੁੱਖ ਦੇ ਅੰਦਰ ਸ਼ੁਭ ਗੁਣ ਹੁੰਦੇ ਨੇ, ਉਦੋਂ ਮਾਨੋ ਅੰਦਰ ਚੰਦਰਮਾ ਦੀ ਸ਼ੀਤਲਤਾ ਆ ਜਾਂਦੀ ਹੈ। ਇਸ ਤਰ੍ਹਾਂ ਮਨੁੱਖੀ ਮਨ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਗੁਰੂ ਦੇ ਗਿਆਨ ਰਾਹੀਂ ਮਿਟਦਾ ਹੈ, ਔਰ ਮਨੁੱਖੀ ਮਨ ਦੇ ਅੰਦਰ ਜੋ ਸ਼ਾਂਤੀ ਹੈ ਉਹ ਸ਼ੁਭ ਗੁਣਾਂ ਰਾਹੀਂ ਆਉਂਦੀ ਹੈ। ਤਾਂ ਹੁਣ ਇਹ ਗਿਆਨ ਹਾਸਲ ਕਰਨ ਵਾਸਤੇ
ਕਿਤੇ ਪਹਾੜਾਂ ਤੇ ਚੜਨ ਦੀ ਜ਼ਰੂਰਤ ਤਾਂ ਹੈ ਨਹੀਂ। ਗਿਆਨ ਹਾਸਲ ਕਰਨ ਵਾਸਤੇ ਘਰ ਛੱਡ ਕੇ ਜਾਣ ਦੀ ਲੋੜ ਥੋੜਾ ਹੈ, ਗ੍ਰਸਤ ਛੱਡ ਕੇ ਜਾਣ ਦੀ ਲੋੜ ਥੋੜਾ ਹੈ। ਸੰਸਾਰ ਦੇ ਅੰਦਰ ਰਹਿੰਦਿਆਂ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ। ਸੰਸਾਰ ਘਰ ਦੇ ਅੰਦਰ ਰਹਿੰਦਿਆਂ ਹੋਇਆਂ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ। ਇਸ ਤਰ੍ਹਾਂ ਹਰ ਮਨੁੱਖ ਦੇ ਮਨ ਦੇ ਅੰਦਰ ਗਿਆਨ ਦਾ ਦੀਵਾ ਜਗਦਾ ਹੈ ਔਰ ਮਨੁੱਖ ਸ਼ਾਂਤ ਹੁੰਦਾ ਹੈ। ਇਸ ਲਈ ਜ਼ਰੂਰਤ ਹੈ ਗਿਆਨ ਦੀ ਵਰਤੋਂ ਕਰਨ ਦੀ। ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਐ ਅਕਲੀ ਪਾਈਐ ਮਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜਦੋਂ ਮਨੁੱਖੀ ਮਨ ਅੰਦਰ ਗਿਆਨ ਦਾ ਦੀਵਾ ਜਗ ਜਾਂਦਾ ਨਾ, ਤਾਂ ਇਹਦੇ ਅੰਦਰੋਂ ਹਨੇਰਾ ਮਿਟ ਜਾਂਦਾ ਹੈ, ਅਗਿਆਨ ਮਿਟ ਜਾਂਦਾ ਹੈ। ਫਿਰ ਇਹਨੂੰ ਸਮਝ ਆ ਜਾਂਦੀ ਹੈ ਕਿ ਆ ਜੋ ਮੈਂ ਕਰਮ ਕਾਂਡ ਕਰ ਰਿਹਾ ਹਾਂ, ਇਹਨਾਂ ਕਰਮ ਕਾਂਡਾਂ ਦਾ ਕੋਈ ਲਾਭ ਨਹੀਂ ਹੈ। ਇਹਨਾਂ ਕਰਮ ਕਾਂਡਾਂ ਦੇ ਨਾਲ ਕਦੇ ਵੀ ਜ਼ਿੰਦਗੀ ਵਿੱਚ ਸ਼ਾਂਤੀ ਨਾ ਆਈ ਹੈ, ਨਾ ਪਹਿਲਾਂ ਆਈ ਸੀ, ਨਾ ਹੁਣ ਆ ਰਹੀ ਹੈ, ਨਾ ਆਉਣ ਵਾਲੇ ਸਮੇਂ ਚ ਆਏਗੀ। ਸਗੋਂ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਮਨੁੱਖੀ ਜੀਵਨ ਵਿੱਚ ਸ਼ਾਂਤੀ ਆ ਜਾਂਦੀ ਹੈ। ਸੁਖ ਦੁੱਖ ਸਮਕਰ ਨਾਮ ਆਧਾਰਾ। ਫਿਰ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ ਨਾ, ਉਹ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਹੈ। ਨਾਮ ਦਾ ਮਤਲਬ ਰੱਬ ਦੇ ਗੁਣ, ਨਾਮ ਦਾ ਮਤਲਬ ਰੱਬ ਦਾ ਹੁਕਮ, ਸਿਸਟਮ, ਲਾ ਆਫ ਨੇਚਰ, ਸ਼ੁਭ ਗੁਣ। ਫਿਰ ਜਦੋਂ ਨਾਮ ਨੂੰ, ਰੱਬੀ ਹੁਕਮ ਨੂੰ ਬੰਦਾ ਜੀਵਨ ਦਾ ਆਧਾਰ ਬਣਾਉਂਦਾ ਹੈ ਨਾ, ਫਿਰ ਸੁੱਖ ਔਰ ਦੁੱਖ ਨੂੰ ਬਰਾਬਰ ਸਮਝ ਲੈਂਦਾ ਹੈ। ਨਾ ਤੇ ਸੁੱਖਾਂ ਦੇ ਵਿੱਚ ਇਹ ਹੰਕਾਰੀ ਹੁੰਦਾ ਹੈ, ਸੱਚ ਤੋਂ ਦੂਰ ਹੁੰਦਾ ਹੈ, ਤੇ ਨਾ ਹੀ ਇਹ ਦੁੱਖਾਂ ਦੇ ਵਿੱਚ ਘਾਬਰਦਾ ਹੈ। ਆਮ ਜੋ ਬੰਦਾ ਹੈ, ਜਦੋਂ ਸੁੱਖ ਹੋਣ ਨਾ ਕੋਲ, ਉਦੋਂ ਬੰਦਾ ਹੰਕਾਰੀ ਹੋ ਜਾਂਦਾ ਹੈ, ਉਦੋਂ ਬੰਦਾ ਵਿਕਾਰਾਂ ਦੇ ਅੰਦਰ ਖਚਤ ਹੋਣ ਦੀ ਉਹਦੀ ਸੰਭਾਵਨਾ ਹੁੰਦੀ ਹੈ, ਤੇ ਦੁੱਖਾਂ ਦੇ ਅੰਦਰ ਵੈਸੇ ਬੰਦਾ ਘਾਬਰ ਜਾਂਦਾ ਹੈ, ਸੱਚ ਨੂੰ ਛੱਡ ਜਾਂਦਾ ਹੈ। ਪਰ ਗੁਰੂ ਜੀ ਕਹਿੰਦੇ ਨੇ, ਜਿਸਨੇ ਆਧਾਰ ਹੀ ਜੀਵਨ ਦਾ ਰੱਬੀ ਗੁਣਾਂ ਨੂੰ ਬਣਾ ਲਿਆ ਹੈ, ਸਿਫਤ ਸਲਾਹ ਨੂੰ ਬਣਾ ਲਿਆ ਹੈ, ਫਿਰ ਸੁੱਖ ਦੁੱਖ ਦੇ ਕੰਮ ਰਹਿੰਦਾ ਹੈ। ਦੇਖੋ, ਨਾਮ ਨੂੰ ਆਧਾਰ ਬਣਾਉਣਾ ਇਹ ਚੀਜ਼ ਸਮਝ ਵਾਲੀ ਹੈ। ਵੈਸੇ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਈ ਵਾਰ। ਹੁਣ ਰੱਬ ਦਾ ਨਾਮ ਕੀ? ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਇਹ ਗੁਣ ਹੀ ਉਹਦੇ ਨਾਮ ਨੇ ਨਾ। ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਉਣਾ ਹੈ। ਇਹਨਾਂ ਗੁਣਾਂ ਦੇ ਉੱਤੇ ਆਪਣੇ ਜੀਵਨ ਦੀ ਉਸਾਰੀ ਕਰਨੀ ਹੈ। ਸੱਚ ਤੇ ਸਾਡੀ ਸੋਚ ਉਸਰੀ ਹੋਵੇ, ਨਿਰਭੈਤਾ ਤੇ, ਨਿਰਵੈਰਤਾ ਤੇ, ਦਇਆ ਤੇ, ਇਨਸਾਨੀਅਤ ਦੇ ਉੱਤੇ ਜੇ ਸਾਡਾ ਜੀਵਨ ਖੜਾ ਹੋਏਗਾ ਤਾਂ ਸਾਡੇ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਆਏਗੀ, ਸਾਡੇ ਜੀਵਨ ਦੇ ਅੰਦਰ ਆਨੰਦ ਮੰਗਲ ਬਣੇਗਾ, ਜੀਵਨ ਦੇ ਵਿੱਚ ਪਾਪ ਔਰ ਵਿਕਾਰ ਨਹੀਂ ਹੋਣਗੇ। ਪਰ ਜੇ ਬੇਸ ਹੀ ਝੂਠ ਹੋਏਗਾ, ਜੀਵਨ ਦਾ ਬੇਸ ਹੀ ਕ੍ਰੋਧ ਹੋਏਗਾ, ਤਾਂ ਉੱਥੇ ਇਨਸਾਨੀਅਤ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬੇਸ ਬਣਾ ਲੈਂਦੇ ਨੇ, ਰੱਬੀ ਗੁਣਾਂ ਦਾ ਸਹਾਰਾ ਲੈਂਦੇ ਨੇ, ਉਹਨਾਂ ਨੂੰ ਸੁੱਖ ਔਰ ਦੁੱਖ ਨਹੀਂ ਪਾਉਂਦੇ, ਭਾਵ ਸੁੱਖ ਦੁੱਖ ਦੇ ਅੰਦਰ ਨਿਰਲੇਪ ਰਹਿੰਦੇ ਨੇ। ਆਪੇ ਪਾਰ ਉਤਾਰਨ ਹਾਰਾ। ਤੇ ਜੋ ਸੱਚ ਨੂੰ ਆਧਾਰ ਬਣਾ ਲੈਂਦੇ ਨੇ, ਉਹਨਾਂ ਨੂੰ ਰੱਬ ਆਪ ਹੀ ਪਾਰ ਉਤਾਰਨ ਵਾਲਾ ਬਣ ਜਾਂਦਾ ਹੈ। ਯਾਨੀ ਉਹਨਾਂ ਲੋਕਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੋ ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਨੇ। ਤਾਂ ਹੁਣ ਸਾਨੂੰ ਪਾਰ ਉਤਾਰੇ ਵਾਸਤੇ ਇਸ ਚੀਜ਼ ਦੀ ਜ਼ਰੂਰਤ ਹੈ। ਪਹਿਲੀ ਗੱਲ ਤੇ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਡੁੱਬੇ ਕਿੱਥੇ ਹੋਏ ਹਾਂ। ਪਾਰ ਅਸੀਂ ਉਤਰਨਾ ਕਿਹੜੀ ਚੀਜ਼ ਵਿੱਚੋਂ? ਮਰਨ ਤੋਂ ਬਾਅਦ ਨਹੀਂ ਪਾਰ ਉਤਰਨਾ, ਕਿ ਮਰਨ ਤੋਂ ਬਾਅਦ ਵਾਲੇ ਨਰਕ ਤੋਂ ਅਸਾਂ ਬਚਣਾ ਹੈ, ਜਾਂ ਮਰਨ ਤੋਂ ਬਾਅਦ ਵਾਲੇ ਸਵਰਗ ਵਿੱਚ ਜਾਣਾ ਹੈ, ਜਾਂ ਮਰਨ ਤੋਂ ਬਾਅਦ ਵਾਲਾ ਕੋਈ ਭਵਸਾਗਰ ਤਰਨਾ ਹੈ। ਸਾਡੇ ਕੋਲ ਜਿਉਂਦਿਆਂ ਭਵਸਾਗਰ ਹੈ, ਆ ਕਾਮ ਕ੍ਰੋਧ ਵਗੈਰਾ, ਲੋਭ ਮੋਹ ਹੰਕਾਰ ਨੇ, ਪਾਪ ਨੇ, ਵਿਕਾਰ ਨੇ, ਝੂਠ ਹੈ। ਇਹਨਾਂ ਦੇ ਵਿੱਚੋਂ ਸਾਡਾ ਪਾਰ ਉਤਾਰਾ ਹੋਣਾ ਹੈ। ਤੇ ਇਹਨਾਂ ਚੋਂ ਪਾਰ ਉਤਾਰਾ ਕਿਵੇਂ ਹੋਏਗਾ? ਜਦੋਂ ਅਸੀਂ ਗੁਣਾਂ ਦੇ ਧਾਰਨੀ ਹੋਵਾਂਗੇ, ਸੱਚ ਦੇ ਧਾਰਨੀ ਹੋਵਾਂਗੇ। ਤਾਂ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਜੋ ਰੱਬੀ ਸਿਫਤ ਸਲਾਹ ਨੂੰ ਆਪਣੇ ਜੀਵਨ ਦਾ ਬੇਸ ਬਣਾਏਗਾ, ਉਹਨੂੰ ਰੱਬ ਆਪ ਹੀ ਪਾਰ ਉਤਾਰਨ ਵਾਲਾ ਬਣ ਜਾਂਦਾ ਹੈ। ਭਾਵ ਉਹ ਫਿਰ ਬੰਦਾ ਵਿਕਾਰਾਂ ਵਿੱਚ ਨਹੀਂ ਡੁੱਬਦਾ, ਉਹ ਦੁੱਖਾਂ ਔਰ ਚਿੰਤਾਵਾਂ ਤੋਂ ਬਚ ਜਾਂਦਾ ਹੈ। ਗੁਰ ਪਰਚੈ ਮਨ ਸਾਚ ਸਮਾਏ। ਪਰਚੇ ਦਾ ਮਤਲਬ ਹੁੰਦਾ ਹੈ ਭਤੀਜ ਜਾਣਾ। ਗੁਰੂ ਦੇ ਨਾਲ, ਗੁਰੂ ਦੇ ਵਿਚਾਰਾਂ ਦੇ ਨਾਲ ਡੂੰਘੀ ਸਾਂਝ ਬਣ ਜਾਣੀ, ਵਿਸ਼ਵਾਸ ਆ ਜਾਣਾ। ਗੁਰ ਪਰਚੇ ਦਾ ਮਤਲਬ ਗੁਰੂ ਦੇ ਨਾਲ, ਗੁਰੂ ਦੇ ਵਿਚਾਰਾਂ ਦੇ ਨਾਲ ਡੂੰਘੀ ਸਾਂਝ,
ਗੁਰੂ ਸ਼ਬਦ ਦੇ ਉੱਤੇ ਵਿਸ਼ਵਾਸ, ਯਾਨੀ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਗੁਰੂ ਦੇ ਦਿੱਤੇ ਹੋਏ ਗੁਣਾਂ ਨੂੰ ਇੰਪਲੀਮੈਂਟ ਕਰਨਾ ਜੀਵਨ ਵਿੱਚ, ਗੁਰੂ ਉਪਦੇਸ਼ ਮੁਤਾਬਕ ਪਿਆਰ ਦੇ ਨਾਲ ਜ਼ਿੰਦਗੀ ਜੀਣੀ, ਇਹਨੂੰ ਕਹਿੰਦੇ ਨੇ ਗੁਰ ਪਰਚੈ। ਹੁਣ ਗੁਰੂ ਦੇ ਨਾਲ ਜਦੋਂ ਡੂੰਘੀ ਸਾਂਝ ਬਣੇਗੀ, ਫਿਰ ਕੀ ਹੋਏਗਾ? ਮਨ ਸਾਚ ਸਮਾਏ, ਉਹ ਮਨੁੱਖ ਜਿਹੜਾ ਹੈ, ਮਨ ਜਿਹੜਾ ਹੈ ਸੱਚ ਦੇ ਅੰਦਰ ਸਮਾ ਜਾਏਗਾ। ਉਹਦੀ ਨਿਸ਼ਾਨੀ ਇਹ ਹੋਏਗੀ। ਗੁਰੂ ਗਿਆਨ ਦੇ ਨਾਲ, ਗੁਰੂ ਸਿਧਾਂਤਾਂ ਦੇ ਨਾਲ ਜਦੋਂ ਸਾਡੀ ਸਾਂਝ ਬਣੇਗੀ, ਮਨ ਪਤੀਤ ਜਾਏਗਾ, ਮਨ ਦਾ ਵਿਸ਼ਵਾਸ ਬਣ ਜਾਏਗਾ, ਤਾਂ ਉਦੋਂ ਜਿਹੜਾ ਮਨ ਹੈ ਉਹ ਸੱਚ ਦੇ ਅੰਦਰ ਸਮਾ ਜਾਏਗਾ। ਹੁਣ ਜੇ ਮਨੁੱਖੀ ਮਨ ਸੱਚ ਦੇ ਅੰਦਰ ਨਹੀਂ ਸਮਾ ਸਕਿਆ, ਮੇਰਾ ਮਨ ਦੇ ਸੱਚ ਦੇ ਅੰਦਰ ਨਹੀਂ ਸਮਾਇਆ, ਤਾਂ ਉਹਦਾ ਰੀਜ਼ਨ ਹੋ ਸਕਦਾ ਹੈ, ਕਿਹੜਾ ਰੀਜ਼ਨ ਹੋ ਸਕਦਾ ਹੈ? ਕਿ ਮੈਨੂੰ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ, ਇਸ ਕਰਕੇ ਮੇਰਾ ਮਨ ਸੱਚ ਵਿੱਚ ਨਹੀਂ ਸਮਾਇਆ। ਜੇ ਮੈਨੂੰ ਗੁਰੂ ਤੇ ਵਿਸ਼ਵਾਸ ਹੁੰਦਾ ਤਾਂ ਮੇਰਾ ਮਨ ਸੱਚ ਵਿੱਚ ਸਮਾ ਜਾਣਾ ਸੀ। ਹੁਣ ਇਹਦਾ ਕਿਵੇਂ ਪਤਾ ਲੱਗੇ ਕਿ ਮੈਨੂੰ ਵਿਸ਼ਵਾਸ ਹੈ ਕਿ ਨਹੀਂ? ਇਸ ਚੀਜ਼ ਦੀ ਕਿਵੇਂ ਸਮਝ ਆਏ? ਹੁਣ ਇਸ ਚੀਜ਼ ਦੀ ਸਮਝ ਮੇਰੇ ਜੀਵਨ ਤੋਂ ਆਏਗੀ ਜਦੋਂ ਮੈਂ ਸੈਲਫ ਐਨਾਲਿਸਿਸ ਕਰਾਂਗਾ, ਆਪਣੇ ਮਨ ਦੀ, ਆਪਣੇ ਜੀਵਨ ਦੀ ਪੜਚੋਲ ਕਰਾਂਗਾ ਕਿ ਕੀ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਿਹਾ ਹਾਂ। ਗੁਰੂ ਜੀ ਮੈਨੂੰ ਵਰਜਦੇ ਨੇ ਝੂਠ ਬੋਲਣ ਤੋਂ, ਤਾਂ ਕੀ ਮੈਂ ਝੂਠ ਬੋਲਣ ਤੋਂ ਹਟ ਗਿਆ? ਗੁਰੂ ਜੀ ਮੈਨੂੰ ਸੱਚ ਬੋਲਣ ਦੀ ਪ੍ਰੇਰਣਾ ਦਿੰਦੇ ਨੇ, ਤਾਂ ਕੀ ਮੈਂ ਸੱਚ ਬੋਲਦਾ ਹਾਂ? ਹਾਂ, ਜੇ ਮੈਂ ਸੱਚ ਬੋਲਦਾ ਤਾਂ ਇਹਦਾ ਮਤਲਬ ਮੈਨੂੰ ਗੁਰੂ ਤੇ ਵਿਸ਼ਵਾਸ ਹੈ, ਮੈਂ ਗੁਰੂ ਦੀ ਗੱਲ ਮੰਨ ਰਿਹਾ ਹਾਂ, ਮੈਨੂੰ ਵਿਸ਼ਵਾਸ ਹੈ ਕਿ ਗੁਰੂ ਜੀ ਠੀਕ ਕਹਿ ਰਹੇ ਨੇ। ਕੀ ਮੈਂ ਮੜੀਆਂ ਕਬਰਾਂ ਪੂਜਣ ਤੋਂ ਹਟ ਗਿਆ? ਕੀ ਮੈਂ ਵਰਤਨ ਰਾਤੇ ਵਗੈਰਾ ਛੱਡ ਦਿੱਤੇ ਨੇ? ਕੀ ਮੈਂ ਜੋਤ ਕੁੰਭ ਨਾਰੀਅਲ ਵਗੈਰਾ ਛੱਡ ਦਿੱਤੇ ਨੇ? ਕੀ ਇਹ ਜਿਹੜੇ ਅੰਧ ਵਿਸ਼ਵਾਸ ਨੇ ਉਹਨਾਂ ਦਾ ਮੈਂ ਤਿਆਗ ਕਰ ਦਿੱਤਾ ਹੈ? ਮੈਂ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਧਾਰਨੀ ਹੋ ਗਿਆ? ਜੇ ਤਾਂ ਐਸਾ ਹੋ ਗਿਆ ਹੈ, ਮੈਂ ਗੁਰੂ ਦੇ ਦੱਸੇ ਰਾਹ ਤੇ ਚੱਲ ਰਿਹਾ, ਤਾਂ ਇਟ ਮੀਨਸ ਮੈਨੂੰ ਗੁਰੂ ਤੇ ਵਿਸ਼ਵਾਸ ਹੈ, ਗੁਰੂ ਦੀਆਂ ਗੱਲਾਂ ਤੇ ਮੈਂ ਵਿਸ਼ਵਾਸ ਕਰ ਰਿਹਾ ਹਾਂ। ਤੇ ਜੇ ਮੈਂ ਆਪਣੀ ਮਰਜ਼ੀ ਕਰਦਾ ਤਾਂ ਇਹਦਾ ਮਤਲਬ ਮੈਨੂੰ ਇਹ ਵਿਸ਼ਵਾਸ ਹੈ ਕਿ ਗੁਰੂ ਜੀ ਗਲਤ ਕਹਿ ਰਹੇ ਨੇ, ਮੈਂ ਠੀਕ। ਤਾਂ ਜਦੋਂ ਸਾਡੀ ਗੁਰੂ ਦੇ ਵਿਚਾਰਾਂ ਨਾਲ ਸਾਂਝ ਬਣ ਜਾਂਦੀ ਹੈ ਨਾ, ਅਸੀਂ ਗੁਰਬਾਣੀ ਤੇ ਅਮਲ ਕਰਦੇ ਹਾਂ, ਉਦੋਂ ਮਨ ਸੱਚ ਦੇ ਅੰਦਰ ਸਮਾ ਜਾਂਦਾ ਹੈ, ਉਦੋਂ ਬੰਦਾ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਉਸ ਇਨਸਾਨ ਵਿੱਚ ਤੇ ਰੱਬ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਫਿਰ ਹੁੰਦਾ ਹੈ ਜਿਉਂ ਜਲ ਮਹਿ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਤਾਂ ਸਤਿਗੁਰ ਦੇ ਨਾਲ ਡੂੰਘੀ ਸਾਂਝ ਬਣਾਇਆ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਤਾਂ ਮਨ ਹਮੇਸ਼ਾ ਸੱਚ ਦੇ ਅੰਦਰ ਲੀਨ ਰਹਿੰਦਾ ਹੈ। ਤਾਂ ਦੇਖੋ, ਸੱਚ ਦੇ ਅੰਦਰ ਮਨ ਨੂੰ ਲੀਨ ਰੱਖਣ ਵਾਸਤੇ ਗ੍ਰਸਤ ਤਿਆਗਣ ਦੀ ਲੋੜ ਨਹੀਂ, ਬਾਬਾ ਬਣਨ ਦੀ ਲੋੜ ਨਹੀਂ, ਚੋਲੇ ਪਾਉਣ ਦੀ ਲੋੜ ਨਹੀਂ, ਵੱਖਰਾ ਪਹਿਨਾਵਾ ਪਹਿਨਣ ਦੀ ਜ਼ਰੂਰਤ ਨਹੀਂ, ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਮਾਲਾਵਾਂ ਫੇਰਨ ਦੀ ਲੋੜ ਨਹੀਂ। ਸੱਚ ਨੂੰ ਸਿੱਧਾ ਅਪਣਾਣਾ ਗੁਰੂ ਦੀ ਮੱਤ ਨੂੰ। ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ। ਪ੍ਰਣਵਤ ਦਾ ਮਤਲਬ ਹੈ ਬੇਨਤੀ ਕਰਨਾ। ਗੁਰੂ ਜੀ ਕਹਿੰਦੇ ਨੇ ਕਿ ਮੈਂ ਬੇਨਤੀ ਕਰਦਾ, ਉਹਨੂੰ ਮੌਤ ਦਾ ਡਰ ਨਹੀਂ ਵਿਆਪਦਾ, ਕਾਲ ਨਾ ਖਾਏ। ਹੁਣ ਪਿੱਛੇ ਸਵਾਲ ਸੀ ਨਾ ਕਿ ਮੌਤ ਦਾ ਡਰ ਕਿਵੇਂ ਖਤਮ ਹੋ ਜਾਏ, ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਨੂੰ ਮੌਤ ਦਾ ਡਰ ਨਹੀਂ ਖਾਂਦਾ, ਉਹਨੂੰ ਆਤਮਿਕ ਮੌਤ ਦਾ ਖਤਰਾ ਨਹੀਂ ਰਹਿੰਦਾ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਰਿਹਾ ਹੈ, ਜਿਸ ਦਾ ਮਨ ਸੱਚ ਦੇ ਅੰਦਰ ਲੀਨ ਹੋ ਕੇ ਸੱਚ ਦਾ ਹੀ ਰੂਪ ਹੋ ਗਿਆ ਹੈ, ਜੋ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੀ ਹੋ ਗਿਆ, ਉਹਨੂੰ ਹੁਣ ਆਤਮਿਕ ਮੌਤ ਦਾ ਖਤਰਾ ਨਹੀਂ ਹੈ ਕਿ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ, ਕਿ ਉਹਦੀ ਜ਼ਮੀਰ ਮਰੇਗੀ। ਇਹ ਖਤਰਾ ਉਹਨੂੰ ਨਹੀਂ ਰਹਿੰਦਾ। ਉਹ ਫਿਰ ਆਤਮਿਕ ਮੌਤ ਤੇ ਨਹੀਂ ਮਰਦਾ। ਉਹ ਕੋਈ ਵੀ ਗੈਰ ਇਨਸਾਨੀਅਤ ਵਾਲਾ ਕਰਮ ਨਹੀਂ ਕਰਦਾ, ਹੈਵਾਨੀਅਤ ਵਾਲਾ, ਸ਼ੈਤਾਨੀਅਤ ਵਾਲਾ ਕੋਈ ਕੰਮ ਨਹੀਂ ਕਰਦਾ। ਕਿਉਂਕਿ ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਬਣ ਜਾਏ ਨਾ, ਉਸ ਬੂੰਦ ਨੂੰ ਫਿਰ ਖਤਮ ਹੋਣ ਦਾ ਖਤਰਾ ਮੁੱਕ ਜਾਂਦਾ ਹੈ, ਕਿਉਂਕਿ ਉਹ ਸਾਗਰ ਹੋ ਗਈ, ਹੁਣ ਬੂੰਦ ਨਹੀਂ ਨਾ ਰਹੀ। ਇਸ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਗੁਣਾਂ ਦਾ ਧਾਰਨੀ ਹੋ ਕੇ ਸੱਚ ਦੇ ਅੰਦਰ ਸਮਾ ਜਾਂਦਾ ਹੈ, ਇਹ ਜੋਗੀ ਜਨੋ, ਉਹਨੂੰ ਫਿਰ ਆਤਮਿਕ ਮੌਤ ਦਾ ਖਤਰਾ ਨਹੀਂ ਰਹਿੰਦਾ। ਉਹ ਫਿਰ ਸਰੀਰਕ ਮੌਤ ਤੋਂ ਵੀ ਨਹੀਂ ਡਰਦਾ।
ਉਹ ਸੱਚੇ ਰਾਹਾਂ ਤੇ ਚੱਲਦਾ ਹੈ, ਸੱਚ ਦਾ ਉਹ ਧਾਰਨੀ ਹੁੰਦਾ ਹੈ, ਸੱਚ ਦਾ ਉਹ ਪ੍ਰਚਾਰ ਪ੍ਰਸਾਰ ਕਰਦਾ ਹੈ। ਕਿੰਨੇ ਸਾਰੇ ਸ਼ਹੀਦ ਸਿੰਘ ਨੇ ਜਿਨ੍ਹਾਂ ਦੀ ਅਸੀਂ ਰੋਜ਼ ਗੱਲ ਕਰਦੇ ਹਾਂ, ਉਹਨਾਂ ਨੂੰ ਸਰੀਰਕ ਮੌਤ ਦਾ ਖਤਰਾ ਨਹੀਂ ਸੀ ਨਾ ਹੁੰਦਾ, ਸਰੀਰਕ ਮੌਤ ਦੀ ਪਰਵਾਹ ਨਹੀਂ ਕੀਤੀ, ਸੱਚ ਵਾਸਤੇ ਉਹ ਸ਼ਹੀਦੀਆਂ ਦੇ ਗਏ ਨੇ। ਨਾਮ ਤਤ ਸਭ ਹੀ ਸਿਰ ਜਾਪੈ। ਸਿਰ ਦਾ ਮਤਲਬ ਹੈ ਸਿਰਮੌਰ, ਜਾਪੈ ਦਾ ਮਤਲਬ ਹੈ ਜਾਪ। ਜਿਹੜੇ ਆ ਲੋਕ ਜਾਪ ਨਹੀਂ ਜਪਦੇ, ਕਿੰਨੇ ਕਿਸਮ ਦੇ ਜਪ ਨੇ, ਅਸੰਖ ਜਪ ਅਸੰਖ ਭਾਉ। ਕਿੰਨੇ ਤਰ੍ਹਾਂ ਦੇ ਮੰਤਰਾਂ ਦੇ ਲੋਕ ਜਪ ਰਹੇ ਨੇ ਦੇਵਤਿਆਂ ਨੂੰ ਖੁਸ਼ ਕਰਨ ਲਈ। ਸਿਰ ਜਾਪੇ ਦਾ ਮਤਲਬ ਸਾਰਿਆਂ ਦੇ ਸਿਰ ਤੇ, ਸਭ ਦਾ ਸਿਰਾ, ਸਿਰਮੌਰ, ਸਾਰੇ ਜਪਾਂ ਤੋਂ ਸ੍ਰੇਸ਼ਟ। ਨਾਮ ਤਤ, ਤਤ ਦਾ ਮਤਲਬ ਅਸਲੀਅਤ, ਸੱਚਾਈ। ਨਾਮ ਤਤ ਦਾ ਮਤਲਬ ਪ੍ਰਭੂ ਦੇ ਨਾਮ ਦੀ ਜੋ ਸੱਚਾਈ ਹੈ, ਤੇ ਨਾਮ ਦਾ ਮਤਲਬ ਹੁਕਮ। ਜੋ ਹੁਕਮ ਹੈ ਨਾ, ਇਹ ਅਸਲੀਅਤ ਹੈ ਕਿ ਹੁਕਮ ਦੇ ਵਿੱਚ ਰਹਿਣਾ ਸਾਰੇ ਜਪਾਂ ਦਾ ਸਿਰਾ ਹੈ, ਸਿਰਮੌਰ ਹੈ, ਸ਼੍ਰੋਮਣੀ ਹੈ। ਕੋਈ ਉਹਨੂੰ ਜਪਣ ਦੀ ਲੋੜ ਨਹੀਂ ਹੈ ਜੋ ਰੱਬੀ ਹੁਕਮ ਦੇ ਵਿੱਚ ਤੁਰਦਾ ਹੈ। ਯਾਨੀ ਰੱਬੀ ਹੁਕਮ ਦੇ ਅੰਦਰ ਤੁਰਨਾ ਹੀ ਸਿਰਮੌਰ ਭਗਤੀ ਹੈ, ਜਪਾਂ ਦਾ ਸਿਰਾ ਹੈ, ਸਭ ਤੋਂ ਸਿਰਮੌਰ ਹੈ। ਬਾਕੀ ਸਭ ਚੀਜ਼ਾਂ ਨੀਵੀਆਂ ਨੇ, ਹੇਠ ਨੇ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਰੱਬੀ ਜੋ ਹੁਕਮ ਹੈ ਇਹ ਸਭ ਦਾ ਸਿਰਾ ਹੈ। ਰੱਬੀ ਹੁਕਮ ਦੇ ਵਿੱਚ ਹੀ ਤੁਰਨਾ ਚਾਹੀਦਾ ਹੈ। ਰੱਬੀ ਹੁਕਮ ਦੇ ਅੰਦਰ ਹੀ ਸਾਰੇ ਕਾਇਨਾਤ ਕੰਮ ਕਰ ਰਹੀ ਹੈ। ਆਦਿ ਤੋਂ ਲੈ ਕੇ ਅੰਤ ਤੱਕ ਹੁਕਮ ਹੀ ਸਿਰਮੌਰ ਹੈ, ਪਹਿਲਾਂ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਤਦੋਂ ਤੋਂ ਹੀ ਇਹ ਗੱਲ ਚਲੀ ਆ ਰਹੀ ਹੈ, ਇਹ ਨਿਯਮ ਚੱਲਿਆ ਆ ਰਿਹਾ ਹੈ ਕਿ ਸਾਰੀ ਕਾਇਨਾਤ ਰੱਬੀ ਹੁਕਮ ਦੇ ਵਿੱਚ ਚੱਲ ਰਹੀ ਹੈ ਔਰ ਚੱਲਦੀ ਰਹੇਗੀ। ਔਰ ਇਹ ਹਕੀਕਤ ਹੈ, ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਸਿਸਟਮ ਤੋਂ ਬਾਹਰ, ਹੁਕਮ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਇਹ ਚੀਜ਼ ਅਸੀਂ ਰੋਜ਼ ਹੀ ਵਿਚਾਰ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਜੋਗੀ ਜਨੋ, ਹੁਕਮ ਦਾ ਜੋ ਜ਼ੌਹਰ ਹੈ ਸਾਰਿਆਂ ਦਾ ਸ਼੍ਰੋਮਣੀ ਜਾਣਿਆ ਜਾਂਦਾ ਹੈ। ਹੁਕਮ ਦੀ ਜੋ ਸੱਚਾਈ ਹੈ ਹਿਰਦੇ ਦੇ ਅੰਦਰ ਸਹੀ ਕਰਨੀ, ਵਸਾ ਲੈਣਾ, ਇਸ ਚੀਜ਼ ਨੂੰ ਸਮਝ ਲੈਣਾ, ਇਹਦੇ ਤੇ ਅਮਲ ਕਰਨਾ ਹੀ ਸਾਰੇ ਜਾਪਾਂ ਦਾ ਸ਼੍ਰੋਮਣੀ ਹੈ। ਸਾਰੇ ਹੀ ਜਾਪ ਇਹਦੇ ਵਿੱਚ ਹੀ ਆ ਗਏ। ਯਾਨੀ ਹੋਰ ਵੱਖਰੇ ਜਪ ਜਪਣ ਦੀ ਲੋੜ ਨਹੀਂ ਹੈ। ਗੁਰੂ ਜੀ ਨੇ ਬਚਨ ਵੀ ਕੀਤਾ ਹੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇਸ ਲਈ ਹੁਕਮ ਔਰ ਰਜ਼ਾ ਦੇ ਅੰਦਰ ਚੱਲਣਾ ਹੀ ਭਗਤੀ ਹੈ। ਜੇ ਅਸੀਂ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਹੀ ਭਗਤੀ ਹੈ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਹੀ ਸਿਮਰਨ ਹੈ, ਇਹੀ ਬੰਦਗੀ ਹੈ। ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ, ਜੋ ਗੁਰੂ ਜੀ ਨੇ ਵੇ ਆਫ ਲਾਈਫ ਦਿੱਤਾ ਹੈ, ਇਸ ਵੇ ਆਫ ਲਾਈਫ ਨੂੰ ਅਪਣਾ ਲੈਣਾ ਹੀ ਭਗਤੀ ਹੈ। ਇਹੀ ਸਭ ਤੋਂ ਵੱਡਾ ਸ਼੍ਰੋਮਣੀ ਜਾਪ। ਬਿਨ ਨਾਮੈ ਦੁੱਖ ਕਾਲ ਸੰਤਾਪੈ। ਨਾਮ ਤੋਂ ਬਿਨਾ ਮਨੁੱਖ ਨੂੰ ਕਈ ਕਿਸਮ ਦਾ ਦੁੱਖ ਸਤਾਉਂਦਾ ਹੈ ਔਰ ਮੌਤ ਦਾ ਡਰ ਵੀ ਸਤਾਉਂਦਾ ਹੈ। ਨਾਮ ਤੋਂ ਬਿਨਾ ਦੁੱਖ ਔਰ ਮੌਤ ਦਾ ਦੁੱਖ, ਡਰ ਹਮੇਸ਼ਾ ਮਨੁੱਖ ਨੂੰ ਸਤਾਉਂਦਾ ਰਹੇਗਾ। ਤੇ ਨਾਮ ਦਾ ਮਤਲਬ ਹੁਕਮ। ਜਦੋਂ ਤੱਕ ਹੁਕਮ ਦੀ ਸੂਝ ਨਹੀਂ ਨਾ, ਉਦੋਂ ਤੱਕ ਦੁੱਖ ਤੇ ਰਹਿ ਗਈ ਰਹੇਗਾ। ਕਿਉਂਕਿ ਜਿਹੜਾ ਵੀ ਕੰਮ ਅਸੀਂ ਹੁਕਮ ਦੇ ਵਿੱਚ ਕਰਾਂਗੇ, ਸਿਸਟਮ ਦੇ ਵਿੱਚ ਕਰਾਂਗੇ, ਤਾਂ ਸਾਡੀ ਜ਼ਿੰਦਗੀ 'ਚ ਸੁੱਖ ਹੈ। ਤੇ ਜੇ ਸਿਸਟਮ ਤੋਂ ਉਲਟ ਕੁਝ ਕਰਾਂਗੇ ਤਾਂ ਦੁੱਖ ਤਾਂ ਆਏਗਾ ਨਾ। ਹੁਣ ਜੇ ਨੱਕ ਦੇ ਵਿੱਚ ਪਾਈਪ ਲਾ ਕੇ ਕੋਈ ਪਾਣੀ ਖਿੱਚਣ ਲੱਗ ਜਾਏ, ਪੀਣ ਲੱਗ ਜਾਏ, ਤਾਂ ਪੀਤਾ ਨਹੀਂ ਨਾ ਜਾਣਾ। ਯਾਨੀ ਕਹਿਣ ਤੋਂ ਭਾਵ, ਜੇ ਨੱਕ ਦੇ ਵਿੱਚ ਅਸੀਂ ਰੋਟੀ ਦੀਆਂ ਗਰਾਹੀਆਂ ਪਾਈਏ ਤੇ ਖਾਧੀ ਨਹੀਂ ਨਾ ਜਾਣੀ, ਦੁੱਖ ਹੀ ਹੈ ਨਾ। ਹੁਕਮ ਦੇ ਅੰਦਰ ਚੱਲਾਂਗੇ ਤਾਂ ਸੁੱਖ ਹੈ। ਹੁਕਮ ਤੋਂ ਬਾਹਰ ਕੁਝ ਵੀ ਕਰਾਂਗੇ ਤਾਂ ਦੁੱਖ ਆਏਗਾ ਹੀ ਆਏਗਾ। ਇਹ ਤਾਂ ਅਸੀਂ ਚਾਰ ਚੁਫੇਰੇ ਹਰ ਵਕਤ, ਹਰ ਸਮੇਂ ਦੇਖ ਸਕਦੇ ਹਾਂ।
ਸਿਸਟਮ ਤੋਂ ਬਾਹਰ ਕੁਝ ਵੀ ਕਰਕੇ ਦੇਖ ਲਓ, ਸਿਸਟਮ ਤੋਂ ਬਾਹਰ ਤੇ ਦੁੱਖ ਹੀ ਦੁੱਖ ਹੈ ਨਾ। ਹੁਣ ਜੇਕਰ ਬਾਹਰ ਸਰਦੀ ਹੋਵੇ, ਸਨੋ ਪੈ ਰਹੀ ਹੋਵੇ, ਮਾਈਨਸ ਟੈਂਪਰੇਚਰ ਹੋਵੇ, ਤੇ ਜੇ ਕੋਈ ਚਾਹੇ ਬਿਨਾਂ ਕੱਪੜਿਆਂ ਤੋਂ ਬਾਹਰ ਫਿਰੇ ਤੇ ਉਹਨੂੰ ਠੰਡ ਨਾ ਲੱਗੇ, ਐਸਾ ਤਾਂ ਨਹੀਂ ਨਾ ਹੋਣ ਲੱਗਾ। ਤੇ ਗਰਮੀ ਦੇ ਵਿੱਚ ਬੰਦਾ ਅੱਗ ਚਾਰ ਚੁਫੇਰੇ ਬਹਿ ਕੇ ਅੱਗ ਬਾਲੇ ਤੇ ਕਵੇ ਮੈਨੂੰ ਠੰਡ ਨਾ ਗਰਮੀ ਨਾ ਲੱਗੇ, ਤਾਂ ਐਸਾ ਨਹੀਂ ਨਾ ਹੋਣ ਲੱਗਾ। ਚਾਰ ਚੁਫੇਰੇ ਗੰਦਗੀ ਦੇ ਢੇਰ ਲੱਗੇ ਹੋਣ ਕਿ ਉਸ ਗੰਦਗੀ ਦੇ ਢੇਰਾਂ ਵਿੱਚ ਮਨੁੱਖ ਖਲੋਤਾ ਹੋਏ, ਬਦਬੂ ਜਿੱਥੇ ਚਾਰ ਚੁਫੇਰੋਂ ਆ ਰਹੀ ਹੋਵੇ ਤੇ ਬੰਦਾ ਕਹੇ ਮੈਨੂੰ ਬਦਬੂ ਨਾ ਆਵੇ, ਖਲੋਣਾ ਮੈਂ ਇੱਥੇ ਹੀ, ਬਦਬੂ ਨਾ ਆਏ, ਐਸਾ ਨਹੀਂ ਨਾ ਕਦੇ ਹੋ ਸਕਦਾ। ਜਾਂ ਤਾਂ ਉਹਨੂੰ ਗੰਦਗੀ ਦੇ ਢੇਰ ਦੂਰ ਕਰਨੇ ਪੈਣਗੇ, ਜਾਂ ਉਹਨੂੰ ਉਸ ਗੰਦਗੀ ਤੋਂ ਦੂਰ ਜਾਣਾ ਪਵੇਗਾ, ਤਾਂ ਹੀ ਹਟੇਗੀ ਨਾ ਬਦਬੂ। ਜੇ ਕੋਈ ਫੁੱਲਾਂ ਦੇ ਪਾਰਕ ਵਿੱਚ, ਫੁੱਲਾਂ ਦੇ ਬਾਗ ਵਿੱਚ ਖਲੋਤਾ ਹੋਏ ਤੇ ਉਹ ਕਵੇ ਕਿ ਮੈਂ ਸੁਗੰਧ ਨਹੀਂ ਲੈਣੀ ਚਾਹੁੰਦਾ, ਤਾਂ ਉਹਨੂੰ ਕਹਿਣਾ ਪਵੇਗਾ ਵੀ ਬਾਗ ਚੋਂ ਬਾਹਰ ਚਲਾ ਜਾ, ਦੂਰ ਚਲਾ ਜਾ। ਪਰ ਉਹ ਕਵੇ ਨਹੀਂ, ਮੈਂ ਤੇ ਫੁੱਲਾਂ ਦੇ ਪਾਰਕ ਦੇ ਵਿੱਚ ਹੀ ਖਲੋਣਾ ਤੇ ਸੁਗੰਧ ਵੀ ਨਹੀਂ ਲੈਣੀ, ਐਵੇਂ ਤਾਂ ਨਹੀਂ ਨਾ ਹੋ ਸਕਦਾ, ਕਿਉਂਕਿ ਸਿਸਟਮ ਤੋਂ ਬਾਹਰ ਨਹੀਂ ਕੁਝ ਹੋ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਬਿਨ ਨਾਮੈ ਦੁੱਖ ਕਾਲ ਸੰਤਾਪੈ। ਹੁਕਮ ਦੀ ਸੂਝ ਤੋਂ ਬਿਨਾਂ ਬੰਦੇ ਨੂੰ ਦੁੱਖ ਵਾਪਰਦੇ ਨੇ, ਔਰ ਹੁਕਮ ਦੀ ਸੂਝ ਤੋਂ ਬਿਨਾਂ ਬੰਦੇ ਦੇ ਅੰਦਰ ਆਤਮਿਕ ਮੌਤ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਜਦੋਂ ਅਸੀਂ ਹੁਕਮ ਦੀ ਪਾਲਣਾ ਨਹੀਂ ਕਰਾਂਗੇ, ਰਜਾ ਵਿੱਚ ਨਹੀਂ ਤੁਰਾਂਗੇ, ਤਾਂ ਆਤਮਿਕ ਮੌਤ ਤਾਂ ਹੋਏਗੀ ਹੋਏਗੀ, ਔਰ ਸਰੀਰਕ ਮੌਤ ਦਾ ਵੀ ਡਰ ਲੱਗੇਗਾ। ਤੇ ਜਦੋਂ ਇਹ ਸਮਝ ਆ ਜਾਏ ਕਿ ਸਰੀਰਕ ਮੌਤ ਵੀ ਸਿਸਟਮ ਵਿੱਚ ਹੋਣੀ ਹੀ ਹੋਣੀ ਹੈ, ਇਹ ਇੱਕ ਅਟਲ ਸੱਚਾਈ ਹੈ, ਤਾਂ ਫਿਰ ਬੰਦਾ ਸਰੀਰਕ ਮੌਤ ਤੋਂ ਵੀ ਡਰੇਗਾ ਨਹੀਂ ਨਾ, ਕਿਉਂਕਿ ਸਮਝ ਆ ਜਾਏਗੀ ਕਿ ਇਹ ਤਾਂ ਸਿਸਟਮ ਹੈ, ਜੋ ਜਨਮਿਆ ਹੈ ਉਹਨੇ ਇੱਕ ਦਿਨ ਮਰਨਾ ਹੈ, ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਯੋਗੀ ਜਨੋ, ਚਾਹੇ ਤੁਸੀਂ ਸਮਾਧੀਆਂ ਲਗਾਓ, ਕੋਈ ਪਹਾੜਾਂ ਤੇ ਚੜ ਜਾਏ, ਜਾਂ ਮਤਲਬ ਕੋਈ ਜੰਗਲਾਂ ਵਿੱਚ ਵਿਚਰਦਾ ਰਹੇ, ਮਾਲਾ ਫੇਰਦਾ ਰਹੇ, ਜੇ ਉਹ ਹੁਕਮ ਦੇ ਅੰਦਰ ਨਹੀਂ ਚੱਲਦਾ, ਸਿਸਟਮ ਨੂੰ ਫੋਲੋ ਨਹੀਂ ਕਰਦਾ, ਤਾਂ ਦੁਖੀ ਹੋਏਗਾ ਹੀ ਹੋਏਗਾ। ਚਾਹੇ ਜਿਹੜੇ ਮਰਜ਼ੀ ਕਰਮ ਕਰ ਲਓ, ਤੀਰਥਾਂ ਤੇ ਨਾ ਲਓ, ਪਰ ਜੇ ਸਿਸਟਮ ਨੂੰ ਫੋਲੋ ਨਹੀਂ ਕਰੋਗੇ, ਜੇ ਹੁਣ ਮੰਨ ਲਓ ਕੋਈ ਤੀਰਥ ਤੇ ਨਹਾ ਕੇ ਆ ਰਿਹਾ ਹੈ ਤੇ ਉਹ ਕਵੇ ਕਿ ਮੈਂ ਜੀਟੀ ਰੋਡ ਤੇ ਸੱਜੇ ਪਾਸੇ ਗੱਡੀ ਚਲਾਣੀ ਹੈ, ਤਾਂ ਐਕਸੀਡੈਂਟ ਤਾਂ ਹੋਏਗਾ ਹੀ ਹੋਏਗਾ ਨਾ। ਇਹ ਨਹੀਂ ਨਾ ਹੋ ਸਕਦਾ ਵੀ ਤੂੰ ਤੀਰਥ ਤੇ ਨਹਾ ਕੇ ਆਇਆ ਤੇ ਲਾਲ ਬੱਤੀ ਪਾਰ ਕਰੇ ਤਾਂ ਤੇਰਾ ਐਕਸੀਡੈਂਟ ਨਾ ਹੋਏ, ਐਵੇਂ ਨਹੀਂ ਨਾ ਹੋ ਸਕਦਾ। ਜੇ ਕੋਈ ਮਾਲਾ ਫੇਰਦਾ ਹੋਵੇ ਤੇ ਮਾਲਾ ਫੇਰੀ ਜਾਵੇ ਤੇ ਟ੍ਰੈਫਿਕ ਦੇ ਵਿੱਚੋਂ ਸਿੱਧਾ ਤੁਰਨਾ ਚਾਹੇ, ਦੌੜਨਾ ਚਾਹੇ, ਤਾਂ ਦੌੜ ਨਹੀਂ ਨਾ ਪਾਏਗਾ, ਕਿਉਂਕਿ ਟ੍ਰੈਫਿਕ ਦੇ ਵਿੱਚ ਤਾਂ ਐਕਸੀਡੈਂਟ ਫਿਰ ਹੋਏਗਾ ਨਾ। ਤੇ ਜੇ ਉਹ ਕਹੇ ਯਾਰ ਮੈਂ ਤੇ ਮਾਲਾ ਫੇਰ ਰਿਹਾ, ਮੇਰਾ ਐਕਸੀਡੈਂਟ ਥੋੜੀ ਹੋ ਸਕਦਾ, ਐਵੇਂ ਨਹੀਂ ਹੁੰਦਾ। ਸਿਸਟਮ ਦੇ ਵਿੱਚ ਰਹਿਣਾ ਪਵੇਗਾ। ਬਿਨਾਂ ਹੁਕਮ ਤੋਂ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਦੁੱਖ ਵਾਪਰਦੇ ਨੇ, ਮੌਤ ਦਾ ਖਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਹੈ, ਯਾਨੀ ਆਤਮਿਕ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ। ਤਤੋ ਤਤ ਮਿਲੇ ਮਨ ਮਾਨੈ। ਇਸ ਪੰਕਤੀ ਦੇ ਅਰਥ ਜਿਹੜੇ ਨੇ ਵਿਦਵਾਨ ਪੁਰਸ਼ਾਂ ਨੇ ਦੋ ਤਰ੍ਹਾਂ ਕੀਤੇ ਨੇ, ਮੈਂ ਉਹ ਦੋਵੇਂ ਅਰਥ ਆਪ ਦੇ ਨਾਲ ਸਾਂਝੇ ਕਰ ਦਿਆਂ। ਤਤੋ ਤਤ ਮਿਲੇ ਦਾ ਮਤਲਬ ਜੋ ਮਨੁੱਖ ਦੀ ਸੋਚ ਹੈ, ਪ੍ਰਭੂ ਦੀ ਸੋਚ ਵਿੱਚ ਮਿਲ ਜਾਂਦੀ ਹੈ ਤੇ ਉਹਦਾ ਮਨ ਪਤੀਜ ਜਾਂਦਾ ਹੈ। ਇੱਕ ਅਰਥ ਤਾਂ ਇਹ ਕੀਤਾ ਹੈ ਕਿ ਜਦ ਇਨਸਾਨ ਦੀ ਮੂਲ ਵਸਤੂ ਪ੍ਰਭੂ ਦੀ ਮੂਲ ਵਸਤੂ ਵਿੱਚ ਲੀਨ ਹੋ ਜਾਂਦੀ ਹੈ, ਤਦ ਉਹਦਾ ਚਿੱਤ ਪਤੀਜ ਜਾਂਦਾ ਹੈ। ਤੇ ਭਾਈ ਸਾਹਿਬ ਸਮਝੀਏ ਦਾ ਅਰਥ ਕਰ ਰਹੇ ਨੇ, ਤਤੋ ਤਤ ਦਾ ਮਤਲਬ ਤਤ ਹੀ ਤਤ, ਨਿਰੋਲ ਤਤ, ਯਾਨੀ ਪ੍ਰਭੂ ਦੇ ਹੁਕਮ ਦੀ ਜੋ ਸੱਚਾਈ ਹੈ। ਜਦੋਂ ਹਿਰਦੇ ਵਿੱਚ ਨਿਰੋਲ ਪ੍ਰਭੂ ਹੁਕਮ ਦੀ ਸੱਚਾਈ, ਭਾਵ ਕਿ ਇਹ ਵਿਸ਼ਵਾਸ ਕਿ ਰੱਬ ਦੀ ਰਜ਼ਾ ਹੀ ਸਦਾ ਸਥਿਰ ਰਹਿਣ ਵਾਲੀ ਹੈ, ਇਹ ਪ੍ਰਗਟ ਹੋ ਜਾਂਦੀ ਹੈ, ਤਾਂ ਮਨੁੱਖ ਦਾ ਮਨ ਜਿਹੜਾ ਹੈ ਪ੍ਰਭੂ ਦੇ ਹੁਕਮ ਵਿੱਚ ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ, ਵਿਸ਼ਵਾਸ ਆ ਜਾਂਦਾ ਹੈ। ਜਦੋਂ ਇਹ ਚੀਜ਼ ਹਿਰਦੇ ਵਿੱਚ ਟਿਕ ਜਾਏ, ਸੱਚਾਈ ਦੀ ਸਮਝ ਆ ਜਾਏ, ਤਤ ਦੀ, ਕਿ ਜੋ ਰੱਬੀ ਰਜ਼ਾ ਹੈ ਇਹ ਸदैव ਹੈ, ਇਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਇਹਦੇ ਤੋਂ ਬਾਹਰ ਚੱਲਿਆ ਦੁੱਖ ਹੀ ਦੁੱਖ ਨੇ, ਰਜ਼ਾ ਦੇ ਅੰਦਰ ਤੁਰਿਆ ਹੀ ਸੁੱਖ ਨੇ। ਜਦੋਂ ਇਸ ਤਤ ਦੀ ਅਸਲੀਅਤ ਦੀ ਬੰਦੇ ਨੂੰ ਸਮਝ ਆ ਜਾਏ, ਤਾਂ ਫਿਰ ਇਹਦਾ ਮਨ ਮੰਨ ਜਾਂਦਾ ਹੈ, ਫਿਰ ਇਹਦਾ ਮਨ ਉਸ ਸੱਚਾਈ ਦੇ ਅੰਦਰ ਟਿਕ ਜਾਂਦਾ ਹੈ, ਫਿਰ ਇਹਦੇ ਅੰਦਰੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਮਨ ਜਿਹੜਾ ਹੈ ਸੱਚ ਦੇ ਰਾਹਾਂ ਤੇ ਤੁਰੇਗਾ। ਤਾਂ ਇਸ ਲਈ ਜੇ ਦੋਵੇਂ ਹੀ ਅਰਥ ਸਾਨੂੰ ਇੱਕੋ ਪਾਸੇ ਲੈ ਕੇ ਜਾ ਰਹੇ ਨੇ ਕਿ ਅਸਲੀਅਤ ਨੂੰ ਜਾਣਨਾ ਹੈ, ਅਸਲੀਅਤ ਦੇ ਅੰਦਰ ਆਪਣੇ ਮਨ ਨੂੰ ਟਿਕਾਣਾ ਹੈ। ਤੇ ਅਸਲੀਅਤ ਕੀ ਹੈ?
असलियत ये है कि हुक्म तो बाहर कुछ हो नहीं सकता। असलियत ये है कि सिस्टम ਦੇ ਵਿੱਚ ਹੀ ਰਹਿਣਾ ਪੈਣਾ ਹੈ, ਉਹ ਚਾਹੇ ਮੈਂ ਹਾਂ ਜਾਂ ਤੁਸੀਂ ਹੋ ਜਾਂ ਕੋਈ ਹੋਰ ਥਰਡ ਪਰਸਨ ਹੈ। ਪੂਰੀ ਦੀ ਪੂਰੀ ਦੁਨੀਆ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰਿਆਂ ਵਾਸਤੇ ਹੁਕਮ ਹੈ, ਸਾਰਿਆਂ ਵਾਸਤੇ ਇੱਕੋ ਹੀ ਸਿਸਟਮ ਹੈ। ਸਾਰੇ ਹੀ ਜੀਵ ਜੰਤ ਜਿਹੜੇ ਨੇ, ਮਨੁੱਖ ਮਾਤਰ ਨੇ, ਪੰਜਾਂ ਤੱਤਾਂ ਤੋਂ ਹੀ ਸਭ ਦਾ ਸਰੀਰ ਬਣਿਆ। ਸਾਰੇ ਹੀ ਪਾਣੀ ਹਵਾ ਆਦਿਕ ਦੇ ਨਾਲ ਜਿੰਦਾ ਨੇ, ਸਾਰੇ ਹੀ ਮਾਂ ਦੇ ਗਰਭ ਰਾਹੀਂ ਪੈਦਾ ਹੋ ਰਹੇ ਨੇ। ਤਾਂ ਕਹਿਣ ਤੋਂ ਭਾਵ ਕਿ ਅਸਲੀਅਤ ਇਹ ਹੀ ਹੈ ਕਿ ਹਰ ਇਨਸਾਨ ਹੁਕਮ ਦੇ ਅੰਦਰ ਹੈ। ਤਾਂ ਜੇ ਅਸੀਂ ਸੁਖ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਤਾਂ ਉਹ ਸੁਖ ਔਰ ਸ਼ਾਂਤੀ ਲਈ ਕੋਈ ਸਿਸਟਮ ਹੈ। ਉਹਦੇ ਵਾਸਤੇ ਹੈ ਕਿ ਸਾਡੇ ਹਿਰਦੇ ਅੰਦਰ ਗੁਣ ਹੋਣ, ਸੱਚਾਈ ਹੋਵੇ, ਦਇਆ ਹੋਵੇ, ਪ੍ਰੇਮ ਹੋਵੇ। ਤੇ ਜੇ ਬੰਦਾ ਭਾਈ ਦੁਖੀ ਹੋਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਸਿਸਟਮ ਦਾ ਸਾਨੂੰ ਪਤਾ ਹੀ ਹੈ ਵੀ ਝੂਠ, ਫਰੇਬ, ਚੋਰੀਆਂ, ਬਾਜ਼ਾਰੀਆਂ। ਤਾਂ ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਜਦੋਂ ਅਸਲੀਅਤ ਦੀ ਸਮਝ ਆ ਜਾਂਦੀ ਹੈ ਤਾਂ ਫਿਰ ਮਨ ਜਿਹੜਾ ਹੈ ਉਸ ਤੇ ਟਿਕ ਜਾਂਦਾ ਹੈ। ਜਦੋਂ ਤੱਕ ਅਸਲੀਅਤ ਦੀ ਸਮਝ ਨਹੀਂ, ਉਦੋਂ ਤੱਕ ਮਨ ਭਟਕਦਾ ਹੈ। ਔਰ ਇਹ ਵਾਸਤਵ ਦੇ ਵਿੱਚ ਹਕੀਕਤ ਹੈ। ਹੁਣ ਜਦੋਂ ਅਸਲੀਅਤ ਦਾ ਪਤਾ ਲੱਗ ਜਾਏ ਭਈ ਆ ਭੂਤ ਪ੍ਰੇਤ ਵਗੈਰਾ ਨਹੀਂ ਹੈ, ਤਾਂ ਮਨ ਟਿਕ ਜਾਏਗਾ ਵੀ ਜਦੋਂ ਹੈ ਹੀ ਨਹੀਂ ਤੇ ਫਿਰ ਚੰਬੜਨਾ ਕਿੰਨੇ ਹੈ। ਪਰ ਜਦੋਂ ਅਸਲੀਅਤ ਦਾ ਨਾਂ ਪਤਾ ਹੋਵੇ ਤੇ ਕੋਈ ਮਾਨਸਿਕ ਰੋਗ ਹੋ ਜਾਏ ਬੰਦੇ ਨੂੰ, ਹਿਸਟੀਰੀਆ ਹੋ ਜਾਏ ਜਾਂ ਹੈਲੂਸੀਨੇਸ਼ਨ ਆਦਿਕ ਦੀ ਬਿਮਾਰੀ ਹੋ ਜਾਏ ਜਾਂ ਹੋਰ ਕੋਈ ਰੋਗ ਹੋ ਜਾਏ, ਤਾਂ ਬੰਦੇ ਜਾਂਦੇ ਨੇ ਨਾ ਫਿਰ ਬਾਬਿਆਂ ਕੋਲ ਵੀ ਭੂਤ ਚਿੰਬੜ ਗਿਆ। ਹੁਣ ਅਸਲੀਅਤ ਦਾ ਨਹੀਂ ਪਤਾ, ਅਸਲੀਅਤ ਦਾ ਗਿਆਨ ਨਾ ਹੋਣ ਕਰਕੇ ਬੰਦਾ ਭਟਕ ਰਿਹਾ ਨਾ। ਹੁਣ ਅਸਲੀਅਤ ਦਾ ਪਤਾ ਲੱਗ ਜਾਏ ਕਿ ਸੁੱਖ ਤੇ ਸਿਸਟਮ ਵਿੱਚ ਰਹਿਣ ਵਾਲੇ, ਤੀਰਥਾਂ ਤੇ ਨਹਾਉਣ ਨਾਲ ਸੁੱਖ ਥੋੜਾ ਮਿਲ ਜਾਣਾ ਹੈ, ਤਾਂ ਫਿਰ ਬੰਦਾ ਨਹੀਂ ਭਟਕੇਗਾ। ਵਰਤਨ ਰਾਤੇ ਰੱਖਣ ਦੇ ਨਾਲ ਰੱਬ ਥੋੜਾ ਮਿਲ ਜਾਣਾ ਹੈ। ਜਦੋਂ ਅਸਲੀਅਤ ਦਾ ਪਤਾ ਲੱਗ ਜਾਏ ਉਦੋਂ ਫਿਰ ਬੰਦਾ ਕਰਵਾ ਚੌਥ ਦਾ ਵਰਤ ਥੋੜੀ ਰੱਖੇਗਾ ਕਿ ਮੇਰੇ ਪਤੀ ਦੀ ਉਮਰ ਵੱਧ ਜਾਣੀ ਹੈ। ਹੁਣ ਅਸਲੀਅਤ ਦੀ ਸਮਝ ਆ ਗਈ ਨਾ, ਤਾਂ ਫਿਰ ਬੰਦੇ ਦਾ ਮਨ ਨਹੀਂ ਭਟਕਦਾ, ਫਿਰ ਮਨ ਮੰਨ ਜਾਂਦਾ ਹੈ, ਫਿਰ ਮਨ ਸੱਚ ਦੇ ਉੱਤੇ ਟਿਕ ਜਾਂਦਾ ਹੈ। ਹੁਣ ਜੋਗੀ ਨੇ ਅਸਲੀਅਤ ਦਾ ਨਹੀਂ ਪਤਾ ਨਾ, ਭਟਕ ਰਹੇ ਨੇ। ਬਾਬੇ ਨੇ ਅਸਲੀਅਤ ਦਾ ਨਹੀਂ ਪਤਾ ਨਾ, ਭਟਕ ਰਹੇ ਨੇ। ਬਾਬਿਆਂ ਵੱਲ ਅਸੀਂ ਭਟਕ ਰਹੇ ਹਾਂ, ਅਸਲੀਅਤ ਦਾ ਨਹੀਂ ਪਤਾ ਨਾ, ਭਟਕ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੱਤੋ ਤੱਤ ਮਿਲੇ, ਜਦੋਂ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ, ਉਦੋਂ ਮਨੁੱਖ ਦਾ ਮਨ ਟਿਕ ਜਾਂਦਾ ਹੈ। ਉਦੋਂ ਫਿਰ ਬੰਦੇ ਦਾ ਮਨ ਭਟਕਦਾ ਨਹੀਂ, ਵਿਕਾਰਾਂ ਵੱਲ ਦੌੜਦਾ ਨਹੀਂ। ਫਿਰ ਕੀ ਹੁੰਦਾ ਹੈ? ਦੂਜਾ ਜਾਏ ਇਕਤ ਕਰ ਆਨੇ। ਇਕਤ ਘਰ ਦਾ ਮਤਲਬ ਇੱਕ ਘਰ ਵਿੱਚ, ਇੱਕ ਘਰ ਵਿੱਚ ਦਾ ਮਤਲਬ ਏਕਤਾ ਦੇ ਘਰ ਵਿੱਚ। ਦੂਜਾ ਜਾਏ ਦਾ ਮਤਲਬ ਮੇਰ ਤੇਰ ਚਲੀ ਜਾਂਦੀ ਹੈ। ਜਦੋਂ ਮਨੁੱਖ ਦਾ ਮਨ ਟਿਕ ਜਾਏ, ਉਹਨੂੰ ਅਸਲੀਅਤ ਦੀ ਸਮਝ ਆ ਜਾਏ ਕਿ ਨਾਮ ਯਾਨੀ ਰੱਬ ਦਾ ਹੁਕਮ ਹੀ ਸਿਰਮੌਰ ਹੈ, ਫਿਰ ਕੀ ਹੁੰਦਾ ਹੈ? ਮੇਰ ਤੇਰ ਵਾਲਾ ਸੁਭਾਅ ਦੂਰ ਹੋ ਜਾਂਦਾ ਹੈ। ਦੂਜਾ ਜਾਏ ਹੋਮੇ ਚਲੀ ਜਾਂਦੀ ਹੈ, ਮੇਰ ਤੇਰ ਵਾਲਾ ਸੁਭਾਅ ਤੁਰ ਜਾਂਦਾ ਹੈ, ਆਪਣੇ ਪਰਾਏ ਦੇ ਵਿਤਕਰੇ ਖਤਮ ਹੋ ਜਾਂਦੇ ਨੇ। ਇਕਤ ਕਰ ਆਨੇ ਤੇ ਜਿਹੜਾ ਇਹ ਮਨੁੱਖ ਹੈ ਨਾ, ਏਕਤਾ ਦੇ ਅੰਦਰ ਟਿਕ ਜਾਂਦਾ ਹੈ, ਦਵੈਤ ਮੁੱਕ ਜਾਂਦੀ ਹੈ। ਫਿਰ ਇਹਨੂੰ ਸਮਝ ਆ ਜਾਂਦੀ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਫਿਰ ਇਹਨੂੰ ਸਮਝ ਆ ਜਾਂਦੀ ਹੈ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ। ਫਿਰ ਇਹਨੂੰ ਸਮਝ ਆ ਜਾਂਦੀ ਹੈ ਕਿ ਇੱਕ ਪ੍ਰਭੂ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ। ਫਿਰ ਇਹਨੂੰ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਜਗਤ ਇੱਕ ਦਾ ਹੀ ਰੂਪ ਹੈ। ਮੇਰਾ ਆਪਣਾ ਆਪਾ ਹੀ ਦੂਜਿਆਂ ਵਿੱਚ ਹੈ, ਦੂਜਿਆਂ ਦਾ ਆਪਣਾ ਆਪਾ ਹੀ ਮੇਰੇ ਵਿੱਚ ਹੈ। ਸਾਰਾ ਸੰਸਾਰ ਇੱਕ ਸੂਤਰ ਦੇ ਅੰਦਰ ਵੱਜਾ ਹੋਇਆ ਨਜ਼ਰੀ ਪੈਂਦਾ ਹੈ। ਫਿਰ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਤੇ ਜੇ ਸਾਡੀ ਜ਼ਿੰਦਗੀ ਚੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਣ, ਅਸੀਂ ਹਰ ਇੱਕ ਦੇ ਨਾਲ ਆਪਣਤਵ ਵਾਲਾ ਵਿਹਾਰ ਕਰੀਏ, ਤਾਂ ਕਿੰਨਾ ਸੋਹਣਾ ਇਹ ਸੰਸਾਰ ਬਣ ਜਾਏਗਾ, ਕਿੰਨਾ ਸੋਹਣਾ ਇਹ ਜੀਵਨ ਹੋ ਜਾਏਗਾ। ਪਰ ਲੋੜ ਹੈ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਨ ਦੀ, ਇਸ ਸੱਚਾਈ ਨੂੰ ਜਾਣਨ ਦੀ। ਜੇ ਇਸ ਸੱਚਾਈ ਨੂੰ ਜਾਣ ਕੇ ਅਸੀਂ ਆਪਣੇ ਘਰ ਪਰਿਵਾਰਾਂ ਦੇ ਵਿੱਚ ਅਪਣਾਈਏ, ਤਾਂ ਹਕੀਕਤ ਹੈ ਸਾਡੇ ਘਰ ਪਰਿਵਾਰ ਸਵਰਗ ਹੋ ਸਕਦੇ ਨੇ।
अगला बचन गुरु जी करते ने, बोले पवना गगन गरजै। बोले पवना का मतलब प्राण रुमकदे ने, भाव फिर एक चंगी जिंदगी दी लहर चल पैंदी है। पवन का मतलब श्वास, बोले पवना का मतलब हर श्वास के नाल फिर बंदा सच ही बोलदा है, यानी हर पल सच दे नाल जुड़ जांदा है, शुभ गुणा दे नाल जुड़ जांदा है। गगन गरजै, गगन का अर्थ आकाश भी है, गगन का अर्थ मन भी है, गगन का अर्थ दसम द्वार भी किया गया है। ते गगन शब्द रब वास्ते भी आया है पावन बाणी दे अंदर। आकाश गगन पाताल गगन है, चौं दिस गगन रहाइले, उत्थे गगन का अर्थ रब है। गरजे का मतलब बोलता है, अंदर गजदा है। बोले पवना, जदों बंदा श्वास श्वास सच बोलदा है, गगन गरजे अंदर फिर रब गजदा है, ਉਹਦੇ अंदर फिर रब ही बोलदा है, समझो रब ही बोल रहा है, ਉਹਨੂੰ समझ आ जाती है। सभै घट राम बोले, रामा बोले, राम बिना को बोले रे। जदों बंदा रब्बी रजा विच तुरदा है, गुरु दे ज्ञान आशे अनुसार जिंदगी जींदा है, जदों ਇਹਦੇ मन ਦੇ अंदर चंद्रमा वाली शीतलता आ जाती है, ਇਹਦੇ अंदर गुरु ज्ञान ਦਾ सूरज चढ़ पैंदा है और हर श्वास के नाल इस सच दे नाल जुड़दा है, ਤਾਂ ਇਹਦੇ अंदरों मानो फिर रब ही गजदा है, यानी वो प्रगट हो जाता है। गुण प्रगट हो गए, रब ही प्रगट हो गया। फिर चार चफेरे परताखे नूं रब ही दिसता, गजदा दिसता चार चफेरे। बोले पवना गगन गरजै, जदों श्वास श्वास के नाल प्रभु की सिफत सलाह करदा है, ਤਾਂ ਚਾਰ ਚਫੇਰੇ ਨੂੰ ਰੱਬ ਪ੍ਰਗਟ ਨਜ਼ਰੀ ਪੈਂਦਾ ਹੈ, ਇਹਦੇ ਆਪਣੇ ਅੰਦਰ ਨੂੰ ਰੱਬ ਨਜ਼ਰੀ ਪੈਂਦਾ ਹੈ। ਚਾਰ ਚਫੇਰੇ ਪ੍ਰਤਾਖ ਦੀ ਝਲਕ ਨਜ਼ਰੀ ਪੈਂਦੀ ਹੈ। ਦੇਖੋ ਹੁਣ ਕਿੰਨਾ ਆਸਾਨ ਕੰਮ ਹੈ। ਇਸ ਕਾਰਜ ਵਾਸਤੇ ਸਾਨੂੰ ਅੱਖਾਂ ਬੰਦ ਕਰਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ, ਸੰਸਾਰ ਘਰ ਔਰ ਗ੍ਰਸਤ ਤਿਆਗਣ ਦੀ ਜ਼ਰੂਰਤ ਨਹੀਂ, सगों गुरु दे ज्ञान मुताबिक जिंदगी जीन दी लोड़ है। मन बचन और कर्म करके सच दे धारनी होने दी लोड़ है। मन बचन कर्म करके रब्बी हुक्म नूं फॉलो करन दी जरूरत है, हुक्म रजाई चलन दी जरूरत है। अगला बचन करते ने, नानक निहचल मिलन सहजे। सहजे दा मतलब आत्मक अडोलता दे विच। हे नानक, सहज अवस्था विच टिकिया जीव और प्रभु का मिलाप सदा लई पक्का हो जाता है। सहजे का मतलब है आत्मक अडोलता, मन बचन और कर्म की इकसारता। जदों मन बचन और कर्म दे नाल बंदा सच दा धारनी हो जाता है ना, तो उदों रब दा मिलाप हो जाता है सदा लई। हुण देखो केडी वड्डी मनुख दी जो समस्या है वो हल हो रही है रब दे मिलाप बारे, और ये सानू स्पष्ट कर लेना चाहिए। हुण रब दे मिलाप बारे किन्ने भरम भुलेखे पाए गए ने ना, कि तुहाडे अंदर जोत जगेगी, वो जोत दिसेगी अग वर्गी जगदी दीवे वर्गी। कोई कहंदा अंदर तुहाडे चानना होएगा, कोई कहंदा तुहाडे अंदर बंसरी वजेगी, 5 संगीतक शब्द होणगे, कोई कहंदा जी फलाना कमरा तुहाडा भर जाएगा, कोई कहंदा जदों तुसीं समाधि लाओगे ते तुसीं उड़ के छत दे नाल लग जाओगे। ते मैं क्या करे छाती ना ढा के लै जाए। तां कहण तो मुराद है हुण रब दा मिलाप की नानक निहचल मिलन सहजे। सहजे दा मतलब आत्मक अडोलता। आत्मक अडोलता जां सहज दा मतलब है मन बचन और कर्म करके सच दे धारनी होना। मन बचन कर्म करके रब्बी गुणा दे धारनी होना, तो फिर रब दा मिलाप हो जाएगा सदा लई, यानी सच दे नाल मिल जाना ही रब दे नाल मिल जाना है। सुरत दा सच विच लीन हो जाना ही रब विच लीनता है। अंदरों रब्बी गुणा नूं प्रगट कर लेना ही रब दा प्रगट हो जाना है। जे ये बंदे नूं गल समझ आ जाए और इहदे ते विश्वास कर लवे, तां देखो किन्ना सौखा जीवन हो गया, किन्ना सौखा रब दा मिलाप। और सच हर थां ते पसरिया होया है। सच हर इंसान दे अंदर है, मेरे अंदर भी, तुहाडे अंदर भी, हर जीव जंत दे अंदर, हर थां ते हर समय
ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਸੱਚ ਬੋਲਦੇ ਨਹੀਂ। ਇਹ ਸਾਡੀ ਸਮੱਸਿਆ ਹੈ। ਸੱਚ ਹੈ ਹਰ ਇਨਸਾਨ ਦੇ ਅੰਦਰ, ਹਰ ਇੱਕ ਨੂੰ ਪਤਾ ਹੈ। ਜਦੋਂ ਅਸੀਂ ਝੂਠ ਬੋਲਦੇ ਹਾਂ ਨਾ ਛੋਟੇ ਛੋਟੇ, ਤਾਂ ਉਦੋਂ ਸਾਨੂੰ ਪਤਾ ਹੁੰਦਾ ਹੈ ਅਸੀਂ ਝੂਠ ਬੋਲ ਰਹੇ ਹਾਂ। ਉਦੋਂ ਅਸੀਂ ਰੱਬ ਨਾਲੋਂ ਟੁੱਟ ਜਾਂਦੇ ਹਾਂ। ਸੱਚ ਨਾਲੋਂ ਟੁੱਟਣਾ ਰੱਬ ਨਾਲੋਂ ਟੁੱਟਣਾ। ਬੰਦੇ ਦੇ ਕੋਲ ਹਰ ਵੇਲੇ ਮੌਕੇ ਨੇ ਰੱਬ ਦੇ ਨਾਲ ਮਿਲਣ ਦੇ, ਪਰ ਬੰਦਾ ਹਰ ਵੇਲੇ ਉਹ ਮੌਕੇ ਗਵਾ ਲੈਂਦਾ ਹੈ। ਸਾਹਮਣੇ ਕੋਈ ਇਨਸਾਨ ਨਜ਼ਰ ਨਹੀਂ ਆਇਆ, ਮੇਰੇ ਕੋਲ ਮੌਕਾ ਹੈ ਉਹਨੂੰ ਰੱਬ ਦਾ ਰੂਪ ਸਮਝ ਕੇ ਉਹਦੇ ਨਾਲ ਫਤਿਹ ਬੁਲਾਵਾਂ, ਉਹਦੇ ਨਾਲ ਪਿਆਰ ਵਾਲਾ ਵਰਤਾਵ ਕਰਾਂ। ਇਹ ਮੌਕਾ ਹੈ, ਪਰ ਮੈਂ ਉਹ ਮੌਕਾ ਗਵਾ ਲੈਣਾ। ਮੈਂ ਈਰਖਾ ਕਰਦਾ ਵਾਂ, ਮੈਂ ਹੰਕਾਰ ਸਮਝ ਕੇ ਉਹਨੂੰ ਨੀਵਾਂ ਵਿਖਾ ਦਿੰਦਾ, ਤਾਂ ਮੈਂ ਮੌਕਾ ਗਵਾ ਲਿਆ। ਕੋਈ ਕਿਸੇ ਦੀ ਵਸਤੂ ਚੋਰੀ ਚੁੱਕਣ ਦਾ ਮੌਕਾ ਮੇਰੇ ਕੋਲ ਸੀ ਤੇ ਮੈਂ ਕੋਈ ਚੀਜ਼ ਚੋਰੀ ਕਰ ਲਈ, ਤਾਂ ਮੈਂ ਰੱਬ ਦੇ ਨਾਲ ਮਿਲਣ ਦਾ ਮੌਕਾ ਗਵਾ ਲਿਆ ਨਾ, ਕਿਉਂਕਿ ਮੈਂ ਸੱਚ ਨਾਲੋਂ ਟੁੱਟ ਗਿਆ, ਬੇਗਾਨਾ ਹੱਕ ਖਾ ਲਿਆ, ਗੁਨਾਹ ਨਾਲੋਂ ਟੁੱਟ ਗਿਆ। ਤੇ ਜੇ ਮੌਕਾ ਹੁੰਦਿਆਂ ਵੀ ਮੈਂ ਚੋਰੀ ਨਾ ਕਰਾਂ, ਅੰਦਰ ਵਿਚਾਰ ਵੀ ਪੈਦਾ ਨਾ ਹੋਵੇ, ਇਹਦਾ ਮਤਲਬ ਮੈਂ ਆਪਣਾ ਮੌਕਾ ਸਾਂਭ ਲਿਆ। ਬੇਗਾਨਾ ਹੱਕ ਖਾਦਾ ਕਿਸੇ ਵੀ ਢੰਗ ਨਾਲ, ਤਾਂ ਮੈਂ ਰੱਬ ਦੇ ਨਾਲ ਮਿਲਣ ਦਾ ਮੌਕਾ ਗਵਾ ਲਿਆ। ਤੇ ਜੇ ਮੈਂ ਆਪਣਾ ਹੱਕ ਖਾਣਾ, ਤਾਂ ਮੈਂ ਰੱਬ ਦੇ ਨਾਲ ਮਿਲਿਆ ਹੋਇਆ ਹਾਂ। ਸਿੰਪਲ ਗੱਲ ਹੈ, ਸਾਧਾਰਨ ਸੌਖੀ ਗੱਲ ਹੈ, ਲੇਕਿਨ ਬੰਦਾ ਉਲਝਿਆ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਜੋਗਿਓ, ਜਦੋਂ ਬੰਦਾ ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ, ਆਤਮਕ ਅਡੋਲਤਾ ਵਿੱਚ ਟਿਕਦਾ ਹੈ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੁੰਦਾ ਹੈ, ਤਾਂ ਬੜੇ ਆਰਾਮ ਦੇ ਨਾਲ ਸਦਾ ਵਾਸਤੇ ਰੱਬ ਦੇ ਨਾਲ ਮਿਲ ਜਾਂਦਾ ਹੈ। ਆਪਣੀ ਸੋਚ ਨੂੰ ਗੁਣਾਂ ਦੇ ਵਿੱਚ ਮਿਲਾਣਾ ਹੀ ਰੱਬ ਦਾ ਮਿਲਾਪ, ਔਰ ਸਦਾ ਵਾਸਤੇ ਸੋਚ ਮਿਲ ਗਈ, ਸਦਾ ਵਾਸਤੇ ਰੱਬ ਦਾ ਮਿਲਾਪ ਹੋ ਗਿਆ। ਸਿੰਪਲ ਗੱਲ ਹੈ। ਅਗਲਾ ਬਚਨ ਕਰਦੇ ਨੇ, ਅੰਤਰ ਸੁੰਨਮ ਬਾਹਰ ਸੁੰਨਮ ਤ੍ਰਿਪਵਨ ਸੁੰਨ ਮਸੁੰਨਮ। ਹੁਣ ਇੱਥੇ ਸੁਣ ਨੂੰ ਸਮਝਣਾ ਹੈ। ਸੁਣ ਦਾ ਇਹ ਮਤਲਬ ਨਹੀਂ ਨੌਨ ਬੀਇੰਗ ਦੀ ਅਵਸਥਾ ਨਹੀਂ ਹੈ। ਇਹ ਕਈ ਵਾਰੀ ਸੁਣ ਉਹਨੂੰ ਕਹਿੰਦੇ ਨੇ ਵੀ ਜਿੱਥੇ ਕੁਝ ਵੀ ਨਾ ਹੋਵੇ। ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਕੁਝ ਵੀ ਨਾ ਦੇ ਵਿੱਚੋਂ ਕੁਝ ਪ੍ਰਗਟ ਨਹੀਂ ਹੋ ਸਕਦਾ। ਕੁਝ ਵੀ ਨਾ ਦੇ ਵਿੱਚੋਂ ਕੁਝ ਪ੍ਰਗਟ ਨਹੀਂ ਹੋ ਸਕਦਾ। ਜੇ ਸਾਨੂੰ ਇਹ ਵੀ ਗੱਲ ਸਮਝ ਆ ਜਾਏ, ਫਿਰ ਵੀ ਸਾਨੂੰ ਇਹ ਸਮਝ ਆ ਜਾਏਗੀ ਕਿ ਕਰਾਮਾਤਾਂ ਕੁਝ ਨਹੀਂ ਹੁੰਦੀਆਂ, ਕਿਉਂਕਿ ਜਿੱਥੇ ਕੁਝ ਨਹੀਂ ਹੈ ਉੱਥੋਂ ਕੁਝ ਪ੍ਰਗਟ ਨਹੀਂ ਹੋ ਸਕਦਾ। ਤਾਂ ਸੁਣ ਦਾ ਮਤਲਬ ਨੌਨ ਬੀਇੰਗ ਦੀ ਅਵਸਥਾ ਨਹੀਂ ਹੈ। ਇੱਥੇ ਸੁਣ ਦਾ ਮਤਲਬ ਹੈ ਜਿੱਥੇ ਵਿਕਾਰ ਨਹੀਂ, ਜਿੱਥੇ ਮਾਇਆ ਦੇ 3 ਗੁਣ ਨਹੀਂ, ਉਹਨਾਂ ਦੀ ਗੱਲ ਹੈ। ਨਿਰਗੁਣ ਸਰੂਪ, ਜਿੱਥੇ ਮਾਇਆ ਵਾਲੇ 3 ਗੁਣ ਨਹੀਂ, ਇਹ ਉਹਦੀ ਗੱਲ ਹੈ। ਨਿਰਗੁਣ ਸਰੂਪ ਉਹ ਪ੍ਰਭੂ ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਅੰਤਰ ਸੁਣਨ, ਜਦੋਂ ਹਿਰਦੇ ਵਿੱਚ ਵੀ ਨਿਰੋਲ ਪ੍ਰਭੂ ਦੀ ਸੱਚ ਪ੍ਰਗਟ ਹੋ ਜਾਂਦਾ, ਤਾਂ ਇਹ ਯਕੀਨ ਬਣ ਜਾਂਦਾ ਹੈ ਕਿ ਅੰਦਰ ਤੇ ਬਾਹਰ, ਗੁਪਤ ਤੇ ਪ੍ਰਗਟ, ਦਿਸ ਤੇ ਔਰ ਅਣਦਿਸ ਤੇ ਪਦਾਰਥਾਂ ਵਿੱਚ ਹਰ ਥਾਂ ਤੇ ਪ੍ਰਭੂ ਵਿਆਪਕ ਹੈ। ਤ੍ਰਿਪਵਨ ਦਾ ਮਤਲਬ ਤਿੰਨੇ ਲੋਕ, ਸੁੰਨ ਸੁਣਨ ਦਾ ਮਤਲਬ ਨਿਰੋਲ ਨਿਰਗੁਣ ਪ੍ਰਭੂ ਜਿਹੜਾ ਮਾਇਆ ਦੇ ਫੁਰਨਿਆਂ ਦੇ ਹੇਠ ਨਹੀਂ ਆਉਂਦਾ। ਇੱਥੇ ਸੁਣਨ ਦਾ ਮਤਲਬ ਹੈ ਰੱਬ, ਉਹ ਰੱਬ ਜਿਹਦੇ ਵਿੱਚ ਮਾਇਆ ਦੇ ਫੁਰਨੇ ਨਹੀਂ ਹਨ, ਵਿਕਾਰ ਨਹੀਂ ਹਨ। ਤਾਂ ਜਦੋਂ ਬੰਦਾ ਆਤਮਕ ਗੁਣਾਂ ਨਾਲ, ਗੁਰੂ ਦੇ ਗਿਆਨ ਨਾਲ ਜੁੜਦਾ ਹੈ, ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਉਹਦੀ ਸੁਰਤ ਰੱਬੀ ਗੁਣਾਂ ਦੇ ਵਿੱਚ ਜੁੜਦੀ ਹੈ, ਤਾਂ ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਅੰਦਰ ਵੀ, ਬਾਹਰ ਵੀ, ਔਰ ਤਿੰਨਾਂ ਭਵਨਾਂ ਯਾਰੀ ਸਾਰੇ ਸੰਸਾਰ ਦੇ ਅੰਦਰ ਰੱਬ ਹੀ ਰੱਬ ਸਮਾਇਆ ਹੋਇਆ ਹੈ, ਜੋ ਨਿਰਲੇਪ ਹੈ, ਜੋ ਵਿਕਾਰਾਂ ਤੋਂ ਰਹਿਤ ਹੈ। ਤਾਂ ਇੱਥੇ ਉਸ ਸਮਾਧੀ ਦੀ ਗੱਲ ਨਹੀਂ ਕੀਤੀ ਜਾ ਰਹੀ ਜਿਹੜੀ ਜੋਗੀ ਲਗਾਉਂਦੇ ਨੇ ਕਿ ਵਿਚਾਰ ਸ਼ੂਨਯ ਹੈ। ਵਿਚਾਰ ਸ਼ੂਨਯ ਨਹੀਂ ਹੋਇਆ ਜਾ ਸਕਦਾ, ਕਿਉਂਕਿ ਮਨ ਹੈ ਹੀ ਵਿਚਾਰਾਂ ਦੀ ਸੰਗ੍ਰਹਿ ਸ਼ਕਤੀ। ਮਨ ਦਾ ਮਤਲਬ ਹੀ ਹੈ ਜਿੱਥੇ ਫੁਰਨੇ ਉੱਠ ਰਹੇ ਨੇ, ਜਿੱਥੇ ਵਿਚਾਰ ਪੈਦਾ ਹੋ ਰਹੇ ਨੇ। ਜੇ ਮੰਨ ਲਓ ਕੋਈ ਵਿਚਾਰ ਆਪਣੇ ਮਨ ਦੇ ਅੰਦਰ ਆਉਣੇ ਬੰਦ ਕਰ ਵੀ ਦਵੇ ਸਪੋਜ਼, ਤਾਂ ਫਿਰ ਚੰਗੇ ਵਿਚਾਰ ਵੀ ਨਹੀਂ ਪੈਦਾ ਹੋਣਗੇ। ਜੇ ਵਿਗਿਆਨਿਕ ਲੋਕ ਇਹ ਨਾ ਸੋਚਦੇ, ਹੁਣ ਨਿਊਟਨ ਇਹ ਨਾ ਸੋਚਦਾ ਕਿ ਸੇਬ ਥੱਲੇ ਕਿਉਂ ਡਿੱਗਿਆ ਹੈ, ਉੱਤੇ ਨੂੰ ਕਿਉਂ ਨਹੀਂ ਉੱਡ ਗਿਆ, ਜੇ ਉਹਦੇ ਮਨ ਵਿੱਚ ਵਿਚਾਰ ਨਾ ਆਉਂਦਾ ਤਾਂ ਗ੍ਰੇਵਿਟੀ ਫੋਰਸ ਦੀ ਖੋਜ ਨਹੀਂ ਸੀ ਹੋਣੀ। ਜੇ ਰਾਈਟ ਬੰਦੂ ਇਹ ਨਾ ਸੋਚਦੇ ਕਿ ਇੱਲਾਂ ਕਿਵੇਂ ਉੱਡ ਲੈਂਦੀਆਂ ਨੇ, ਕਿ ਬੰਦਾ ਵੀ ਉੱਡ ਸਕਦਾ, ਤਾਂ ਹਵਾਈ ਜਹਾਜ਼ ਦੀ ਖੋਜ ਨਹੀਂ ਸੀ ਹੋਣੀ।
ਜੇ ਸਟੀਮ ਬਾਰੇ ਨਾ ਸੋਚਿਆ ਜਾਂਦਾ ਤਾਂ ਰੇਲ ਦੀ ਇੰਜਨ ਦੀ ਖੋਜ ਨਹੀਂ ਸੀ ਹੋਣੀ ਨਾ, ਇਹ ਖੋਜਾਂ ਨਹੀਂ ਸੀ ਹੋਣੀਆਂ। ਹੁਣ ਜਿਵੇਂ ਆ ਚੱਲ ਰਿਹਾ ਹੈ ਕੋਰੋਨਾ, ਤੇ ਜੇ ਵਿਗਿਆਨਿਕ ਨਾ ਸੋਚਣ ਤਾਂ ਇਹਦੀ ਵੈਕਸੀਨ ਨਹੀਂ ਨਾ ਬਣੇਗੀ, ਸੋਚ ਰਹੇ ਨਾ। ਤੇ ਇਸ ਲਈ ਜੇ ਵਿਚਾਰ ਸ਼ੂન્ય ਹੋਵਾਂਗੇ ਤਾਂ ਚੰਗੇ ਵਿਚਾਰ ਵੀ ਖਤਮ ਹੋ ਜਾਣਗੇ। ਇਸ ਲਈ ਇੱਥੇ ਸੁਣਨ ਦਾ ਮਤਲਬ ਹੈ ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਵਿਕਾਰ ਨਹੀਂ ਹਨ, ਉਹ ਮਾਇਆ ਦੀ ਮੈਲ ਤੋਂ ਰਹਿਤ ਨਿਰਲੇ ਪ੍ਰਭੂ ਮੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਚਾਰ ਚੁਫੇਰੇ ਉਹ ਹੀ ਪਸਰਿਆ ਹੋਇਆ ਹੈ, ਨਿਰਗੁਣ ਹੀ ਸਰਗੁਣ ਹੋ ਗਿਆ ਹੈ। ਦੇਖੋ ਇੱਥੇ ਵੀ ਸਾਡੀ ਇੱਕ ਸਮੱਸਿਆ ਦਾ ਸੋਲੂਸ਼ਨ ਹੋ ਰਿਹਾ ਹੈ ਕਿ ਅੰਦਰ ਬਾਹਰ ਚਾਰ ਚੁਫੇਰੇ ਨਿਰਗੁਣ ਪ੍ਰਭੂ ਆਪ ਹੀ ਪਸਰਿਆ ਹੋਇਆ ਹੈ। ਜੇ ਸਾਨੂੰ ਇਹ ਗੱਲ ਸਮਝ ਆ ਜਾਏ ਤਾਂ ਅਦਿਸਤਾ ਜਗਤ ਜਿਹੜਾ ਹੈ ਸਾਨੂੰ ਰੱਬ ਦਾ ਰੂਪ ਨਜ਼ਰ ਨਹੀਂ ਪਵੇਗਾ। ਅਗਲਾ ਬਚਨ ਕਰਦੇ ਨੇ, ਚੌਥੇ ਸੁਣਨੇ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨਮ। ਚੌਥੇ ਸੁਣ ਦਾ ਮਤਲਬ ਚੌਥਾ ਪਦ, ਸਹਿਜ ਪਦ, ਜਿੱਥੇ ਬੰਦਾ ਹਰੀ ਨੂੰ ਜਾਣ ਲੈਂਦਾ। ਚੌਥਾ ਸੁਣ ਦਾ ਮਤਲਬ ਚੌਥੀ ਅਵਸਥਾ ਵਾਲਾ ਨਿਰਗੁਣ ਪ੍ਰਭੂ, ਜਿਹਦੇ ਵਿੱਚ ਮਾਇਆ ਦੇ ਤਿੰਨੇ ਗੁਣ ਨਹੀਂ ਹੈ। ਮਾਇਆ ਦੇ ਤਿੰਨ ਗੁਣ ਕਿਹੜੇ ਨੇ ਅਸੀਂ ਪਿੱਛੇ ਵਿਚਾਰ ਚੁੱਕੇ ਹਾਂ ਨਾ, ਰਾਜਗੁਣ, ਤਾਮਗੁਣ ਔਰ ਸਤਗੁਣ। ਰਾਜਗੁਣ ਦਾ ਮਤਲਬ ਲਾਲਚ, ਤੇ ਤਾਮਗੁਣ ਦਾ ਭਾਵ ਅਗਿਆਨਤਾ ਵਾਲੇ ਕਰਮ, ਤੇ ਸਤਗੁਣ ਦਾ ਮਤਲਬ ਤਿਆਗ। ਇਹ ਤਿੰਨੇ ਹੀ ਗੁਣ ਨੇ ਜਿਹੜੇ ਮਾਇਆ ਦੇ ਨੇ, ਉਲਾਰੂ ਜੀਵਨ ਹੈ। ਤੇ ਚੌਥਾ ਹੈ ਇਸ ਤੋਂ ਉੱਤੇ, ਯਾਨੀ ਇਹਨਾਂ ਗੁਣਾਂ ਤੋਂ ਉੱਤੇ ਸੰਸਾਰ ਦੇ ਵਿੱਚ ਰਹਿੰਦਿਆਂ ਨਿਰਲੇਪ ਹੋਣਾ ਵਿਕਾਰਾਂ ਤੋਂ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਤ੍ਰੈਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਪ੍ਰਭੂ ਨੂੰ ਸਹੀ ਤੌਰ ਤੇ ਸਮਝ ਲੈਂਦਾ ਹੈ ਤਾਂ ਕੋ ਪਾਪ ਨਾ ਪੁੰਨਮ, ਉਹਨੂੰ ਪੁੰਨ ਔਰ ਪਾਪ ਨਹੀਂ ਪੁੰਦੇ, ਨਾ ਉਹਨੂੰ ਪੁੰਨ ਲੱਗਦਾ ਨਾ ਉਹਨੂੰ ਪਾਪ ਲੱਗਦਾ। ਇਹ ਚੀਜ਼ ਸਮਝਣ ਵਾਲੀ ਹੈ ਕਿ ਪੁੰਨ ਪਾਪ ਕਿਵੇਂ ਨਹੀਂ ਲੱਗਦਾ, ਕਿ ਕੋਈ ਵੀ ਪਾਪ ਉਹਨੂੰ ਮਾੜੇ ਕਰਮ ਵਾਲੇ ਪਾਸੇ ਨਹੀਂ ਪ੍ਰੇਰਦਾ। ਕੋਈ ਪਾਪ ਕਰਮ, ਚਾਹੇ ਉਹ ਪਰ ਤਨ ਵੱਲ ਤੱਕਣਾ ਹੈ ਜਾਂ ਪਰ ਧਨ ਵੱਲ ਤੱਕਣਾ ਹੈ, ਕੋਈ ਵੀ ਪਾਪ ਕਰਮ ਵਾਲੇ ਪਾਸੇ ਉਹਨੂੰ ਪ੍ਰੇਰਦਾ ਨਹੀਂ। ਔਰ ਕੋਈ ਪੁੰਨ ਕਰਮ ਉਹਦੇ ਅੰਦਰ ਕਿਸੇ ਸਵਰਗ ਦੀ ਲਾਲਸਾ ਨਹੀਂ ਪੈਦਾ ਕਰਦਾ। ਕੋਈ ਪੁੰਨ ਕਰਮ ਉਹਦੇ ਅੰਦਰ ਸਵਰਗ ਵਗੈਰਾ ਦੀ ਲਾਲਸਾ ਨਹੀਂ ਪੈਦਾ ਕਰਦਾ। ਉਹ ਪੁੰਨ ਪਾਪ ਤੋਂ ਉੱਤੇ ਹੈ, ਕਿਉਂਕਿ ਜੋ ਕੁਝ ਵੀ ਉਹ ਕਰੇਗਾ ਉਹ ਬਿਲਕੁਲ ਸਹੀ ਕਰੇਗਾ। ਉਹਨੂੰ ਸਮਝ ਆ ਜਾਂਦੀ ਹੈ ਕਿ ਪੁੰਨ ਪਾਪ ਕਈ ਥਾਵਾਂ ਤੇ ਬਰਾਬਰ ਹੀ ਨੇ ਨਾ, ਕਿਵੇਂ ਨੇ ਪਾਪ ਪੁੰਨ ਦੋ ਇੱਕ ਸਮਾਨ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਮੰਨ ਲਓ ਮੇਰੇ ਅੰਦਰ ਲਾਲਚ ਹੈ, ਸਵਾਰਥੀ ਹਾਂ ਮੈਂ, ਤੇ ਮੈਂ ਆਪਣੇ ਸਵਾਰਥ ਕਰਕੇ ਪੁੰਨ ਕਰ ਰਿਹਾ ਹਾਂ। ਮੰਨ ਲਓ ਮੈਂ ਤੁਹਾਡਾ ਸਹਿਯੋਗ ਕਰ ਰਿਹਾ ਤੇ ਮੇਰੇ ਅੰਦਰ ਹੈ ਸਵਾਰਥ ਕਿ ਮੈਂ ਇਹਨਾਂ ਦਾ ਜੇ ਇਹ ਸਹਿਯੋਗ ਕਰਾਂਗਾ ਇਹਦੇ ਵਿੱਚ ਮੇਰਾ 100 ਰੁਪਇਆ ਖਰਚ ਹੋਣਾ ਹੈ, ਪਰ ਇਥੋਂ ਬਚ ਮੈਨੂੰ 1000 ਜਾਣਾ ਹੈ। ਤੇ ਮੈਂ ਇਹਨੂੰ ਪੁੰਨ ਸਮਝ ਕੇ ਕਰ ਰਿਹਾ। ਕਿਉਂ ਕਰ ਰਿਹਾ ਵਾਂ? ਸਹਿਯੋਗ ਕਿਉਂ ਕਰ ਰਿਹਾ? ਕਿਉਂਕਿ ਮੈਨੂੰ 1000 ਬਚੇਗਾ। ਤੇ ਜਿੱਥੇ ਤੁਹਾਡਾ ਫਾਇਦਾ ਹੋਣਾ ਹੈ ਨਾ, ਉੱਥੇ ਕਿਸੇ ਹੋਰ ਦਾ ਨੁਕਸਾਨ ਹੋ ਰਿਹਾ ਹੈ, ਤੇ ਮੈਂ ਉਹ ਨੁਕਸਾਨ ਤਾਂ ਕਰ ਰਿਹਾ ਕਿ ਮੈਨੂੰ 2000 ਉਧਰੋਂ ਵੀ ਬਚ ਜਾਣਾ ਹੈ। ਤਾਂ ਦੋਵੇਂ ਪਾਸੇ ਬਰਾਬਰ ਹੀ ਹੋ ਗਏ ਨਾ। ਪੁੰਨ ਮੈਂ ਤਾਂ ਕਰ ਰਿਹਾ ਕਿ ਮੈਨੂੰ 1000 ਬਚੇਗਾ, ਤੇ ਪਾਪ ਵੀ ਮੈਂ ਤਾਂ ਕਰ ਰਿਹਾ ਕਿ ਮੈਨੂੰ 1000 ਬਚੇਗਾ। ਤਾਂ ਪੁੰਨ ਪਾਪ ਬਰਾਬਰ ਹੀ ਹੋ ਗਏ ਨਾ, ਸਵਾਰਥ ਕਰਕੇ ਕਰ ਰਿਹਾ ਨਾ। ਤੇ ਜੇ ਮੇਰਾ ਸਵਾਰਥ ਪੂਰਾ ਨਹੀਂ ਹੁੰਦਾ, ਨਾ ਮੈਂ ਪੁੰਨ ਕਰਾਂਗਾ ਨਾ ਮੈਂ ਪਾਪ ਕਰਾਂਗਾ, ਮੈਂ ਕੱਖ ਵੀ ਨਹੀਂ ਕਰਨਾ। ਤੇ ਜਿਹੜਾ ਬੰਦਾ ਸਵਾਰਥ ਤੋਂ ਉੱਤੇ ਹੈ ਨਾ, ਉਹ ਪੁੰਨ ਪਾਪ ਕਰਕੇ ਸਵਾਰਥ ਕਰਕੇ ਨਹੀਂ ਕੁਛ ਕਰਦਾ। ਨਿਸਵਾਰਥ ਭਾਵਨਾ ਦੇ ਨਾਲ ਉਹ ਚੰਗੇ ਹੀ ਕਰਮ ਜੋ ਕਰੇਗਾ ਚੰਗੇ ਹੀ ਕਰੇਗਾ, ਕਿਉਂਕਿ ਉਹ ਹੁਕਮ ਦੇ ਵਿੱਚ ਕਰੇਗਾ। ਤੇ ਹੁਕਮ ਦੇ ਅੰਦਰ ਕੁਝ ਵੀ ਪਾਪ ਨਹੀਂ ਹੁੰਦਾ ਹੈ। ਹੁਕਮ ਦੇ ਅੰਦਰ ਸਚਾਈ ਨੂੰ ਜਦੋਂ ਬੇਸ ਬਣਾ ਕੇ ਜ਼ਿੰਦਗੀ ਜੀਵਾਂਗੇ ਤਾਂ ਉਹ ਸਾਰਾ ਕੁਝ ਠੀਕ ਹੋਏਗਾ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਜੋ ਇਨਸਾਨ ਚੌਥੀ ਅਵਸਥਾ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਹਨੂੰ ਕੋਈ ਨੇਕੀ ਬਦੀ ਦਾ ਲੇਪ ਨਹੀਂ ਹੁੰਦਾ। ਉਹ ਕਿਸੇ ਸਵਾਰਥ ਕਰਕੇ ਨੇਕੀਆਂ ਬਦੀਆਂ ਨਹੀਂ ਕਰਦਾ, ਉਹ ਇਹਨਾਂ ਚੀਜ਼ਾਂ ਤੋਂ ਉੱਤੇ ਹੋ ਜਾਂਦਾ ਹੈ। ਘਟ ਘਟ ਸੁਣ ਕਾ ਜਾਣੇ ਪਿਓ। ਘਟ ਘਟ ਸੁਣ ਕਾ ਦਾ ਮਤਲਬ ਹਰ ਹਿਰਦੇ ਦੇ ਅੰਦਰ ਜੋ ਵਿਆਪਕ ਨਿਰਗੁਣ ਪ੍ਰਭੂ ਹੈ। ਸੁਣ ਦਾ ਮਤਲਬ ਨਿਰਗੁਣ, ਘਟ ਘਟ ਦਾ ਮਤਲਬ ਹਰ ਹਿਰਦੇ ਦੇ ਵਿੱਚ ਜੋ ਨਿਰਲੇਪ ਹੈ, ਵਸ ਰਿਹਾ ਹੈ। ਦੇਖੋ ਮੇਰੇ ਔਰ ਤੁਹਾਡੇ ਅਤੇ ਹੋਰ ਜੀਵ ਜਨਤਾ ਦੇ ਅੰਦਰ
ਇੱਕੋ ਹੀ ਸਿਸਟਮ ਕੰਮ ਕਰ ਰਿਹਾ ਹੈ। ਜਿਸ ਸਿਸਟਮ ਦੇ ਨਾਲ ਤੁਸੀਂ ਪੈਦਾ ਹੋਏ ਹੋ ਉਸੇ ਨਾਲ ਮੈਂ ਪੈਦਾ ਹੋਇਆ, ਜਿਸ ਸਿਸਟਮ ਵਿੱਚ ਤੁਸੀਂ ਜੀ ਰਹੇ ਹੋ ਉਸੇ ਨਾਲ ਮੈਂ ਜੀ ਰਿਹਾ, ਉਸੇ ਨਾਲ ਹੀ ਸਾਰਾ ਸੰਸਾਰ ਜੀ ਰਿਹਾ ਹੈ। ਤਾਂ ਸਾਰਿਆਂ ਦੇ ਅੰਦਰ ਇੱਕੋ ਹੀ ਨਾ ਵਸ ਰਿਹਾ, ਇੱਕੋ ਹੀ ਐਨਰਜੀ ਹੈ, ਉਹੀ ਹਵਾ ਹੈ, ਉਹੀ ਆਕਾਸ਼ ਹੈ, ਉਹੀ ਪਾਣੀ ਹੈ, ਉਹੀ ਧਰਤੀ ਹੈ। ਜਿਹੜਾ ਇਸ ਭੇਤ ਨੂੰ ਸਮਝ ਲੈਂਦਾ ਹੈ ਕਿ ਸਭ ਦੇ ਅੰਦਰ ਇੱਕੋ ਹੀ ਮੌਜੂਦ ਹੈ, ਉਹ ਸੰਸਾਰ ਦੇ ਅੰਦਰ ਰਹਿੰਦਾ ਹੈ, ਨਿਰਲੇਪ ਹੈ, ਤਾਂ ਉਹਨੂੰ ਕੀ ਸਮਝ ਪੈਂਦੀ ਹੈ? ਘਟ ਘਟ ਸੁਣ ਕਾ ਜਾਣੇ ਭੇਓ। ਜਿਹੜਾ ਭੇਤ ਨੂੰ ਜਾਣਦਾ ਹੈ, ਆਦ ਪੁਰਖ ਨਿਰੰਜਨ ਦੇਵ। ਆਦ ਦਾ ਮਤਲਬ ਸਭ ਦਾ ਮੁੱਢ, ਪੁਰਖ ਦਾ ਮਤਲਬ ਰਮਿਆ ਹੋਇਆ, ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਦੇਵ ਦਾ ਮਤਲਬ ਪ੍ਰਕਾਸ਼ ਸਰੂਪ। ਉਹ ਉਸ ਪ੍ਰਕਾਸ਼ ਸਰੂਪ ਰੱਬ ਦਾ ਹੀ ਰੂਪ ਹੋ ਜਾਂਦਾ ਹੈ, ਜੋ ਸਾਰਿਆਂ ਦੇ ਵਿੱਚ ਉਹਨੂੰ ਜਾਣ ਲੈਂਦਾ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਜਿਹਦੇ ਅੰਦਰ ਗਿਆਨ ਦਾ ਸੂਰਜ ਚਮਕ ਪੈਂਦਾ, ਜੋ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ, ਜਿਹਦੇ ਅੰਦਰ ਉਹ ਸਾਰੇ ਗੁਣ ਆ ਜਾਂਦੇ ਨੇ, ਤਾਂ ਇਹ ਜੋਗੀ ਜਨੋ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਆਦਿ ਪੁਰਖ ਨਿਰੰਜਨ ਦੇਵ, ਉਸੇ ਦਾ ਰੂਪ ਹੋ ਜਾਂਦਾ ਹੈ। ਤਾਂ ਹੁਣ ਉਹਦਾ ਰੂਪ ਹੋਣ ਲਈ ਕੋਈ ਸਮਾਧੀਆਂ ਲਾਉਣ ਦੀ ਲੋੜ ਥੋੜਾ ਪਈ ਹੈ। ਦੇਖੋ ਇਹਨਾਂ ਸਾਰੀਆਂ ਪੰਕਤੀਆਂ ਵਿੱਚ ਕਿਤੇ ਇੱਕ ਵੀ ਪੰਕਤੀ ਐਸੀ ਨਹੀਂ ਆਈ ਜਿੱਥੇ ਗੁਰੂ ਜੀ ਨੇ ਕਿਹਾ ਹੋਵੇ ਕਿ ਤੁਸੀਂ ਬਹਿ ਕੇ ਸਮਾਧੀਆਂ ਲਾਓ, ਮਾਲਾ ਫੇਰੋ, ਧਿਆਨ ਜੋੜੋ। ਕਿਤੇ ਇੱਕ ਵੀ ਪੰਕਤੀ ਨਹੀਂ ਨਾ ਆਈ ਸਾਰੀ ਸਿੱਧ ਗੋਸ਼ਟ ਵਿੱਚ ਹੁਣ ਤੱਕ ਜਿਹਦਾ ਮੀਨਿੰਗ ਕੁਝ ਐਸਾ ਹੋਵੇ। ਗੱਲ ਆ ਰਹੀ ਹੈ ਰੱਬੀ ਰਜ਼ਾ ਵਿੱਚ ਤੁਰਨ ਦੀ, ਗੱਲ ਆ ਰਹੀ ਹੈ ਆਪਣੀ ਸੋਚ ਨੂੰ ਚੇਂਜ ਕਰਨ ਦੀ, ਗੱਲ ਆ ਰਹੀ ਹੈ ਕਿ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰਨਾ ਹੈ, ਆਪਣੀ ਸੋਚ ਨੂੰ ਉੱਚਾ ਕਰਨਾ ਹੈ। ਜੋ ਜਨ ਨਾਮ ਨਿਰੰਜਨ ਰਾਤਾ, ਨਾਮ ਦਾ ਮਤਲਬ ਹੁਕਮ, ਜੋ ਜਨ ਦਾ ਮਤਲਬ ਜਿਹੜਾ ਇਨਸਾਨ, ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਜਿਹੜਾ ਮਨੁੱਖ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਦੇ ਹੁਕਮ ਦੇ ਅੰਦਰ ਰੰਗਿਆ ਰਹਿੰਦਾ ਹੈ, ਰੱਬੀ ਗੁਣਾਂ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ, ਜਿਨਨੇ ਆਪਣੀ ਸੁਰਤ ਨੂੰ ਰੱਬੀ ਹੁਕਮ ਦੇ ਪ੍ਰੇਮ ਨਾਲ ਰੰਗ ਲਿਆ ਹੈ, ਯਾਨੀ ਰੱਬੀ ਰਜ਼ਾ ਦੇ ਅੰਦਰ ਜੋ ਚੱਲਦਾ ਹੈ, ਨਾਨਕ ਸੋਈ ਪੁਰਖ ਵਿਧਾਤਾ। ਸੋਈ ਦਾ ਮਤਲਬ ਉਹ ਇਨਸਾਨ, ਪੁਰਖ ਦਾ ਮਤਲਬ ਰਮਿਆ ਹੋਇਆ, ਵਿਧਾਤਾ ਦਾ ਮਤਲਬ ਸਿਰਜਣਹਾਰ। ਉਹ ਸਿਰਜਣਹਾਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਦੇਖੋ ਕਿੰਨੀ ਸਿੰਪਲ, ਸਾਧਾਰਨ, ਸੌਖੀ ਗੱਲ ਦੱਸ ਰਹੇ ਨੇ, ਔਰ ਵਿਸ਼ੇਸ਼ ਗੱਲ ਹੈ, ਮਹਾਨ ਕਥਨ ਹੈ। ਗੁਰੂ ਜੀ ਦੇ ਇਹ ਮਹਾਨ ਉਪਦੇਸ਼ ਹੈ, ਇੱਕ ਯੂਨੀਵਰਸਲ ਟਰੂਥ ਹੈ, ਬ੍ਰਹਮੰਡੀ ਸੱਚ ਹੈ ਕਿ ਜੋ ਇਨਸਾਨ, ਜੋ ਜਨ ਨਾਮ ਨਿਰੰਜਨ ਰਾਤਾ, ਰਾਤਾ ਦਾ ਮਤਲਬ ਰੰਗਿਆ ਗਿਆ, ਮਸਤ ਹੈ, ਜੋ ਪ੍ਰਭੂ ਦੇ ਹੁਕਮ ਦੇ ਵਿੱਚ ਮਸਤ ਹੈ, ਜੋ ਲਾ ਆਫ ਨੇਚਰ ਨੂੰ ਫੋਲੋ ਕਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਨਾਨਕ ਸੋਈ ਪੁਰਖ ਵਿਧਾਤਾ। ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਹੀ ਰਮੇ ਹੋਏ ਰੱਬ ਦਾ ਰੂਪ ਹੈ, ਉਸ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਹੁਣ ਦੇਖੋ ਕਿੰਨਾ ਸੌਖਾ ਕੰਮ ਹੈ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ, ਜਿੰਨੇ ਵੀ ਦੁਨੀਆ ਦੇ ਇਨਸਾਨ ਨੇ ਨਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੋ ਵੀ ਇਸ ਦੁਨੀਆ ਵਿੱਚ ਮਨੁੱਖ ਮਾਤਰ, ਇਸਤਰੀਆਂ, ਪੁਰਸ਼ ਨੇ, ਉਹਨਾਂ ਸਾਰਿਆਂ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਉਹ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਰੱਬ ਵਰਗੇ ਹੋ ਕੇ ਜੀ ਸਕਦੇ ਨੇ, ਕਿਉਂਕਿ ਰੱਬ ਹੈ ਹੀ ਗੁਣਾਂ ਦਾ ਮੁਜੱਸਮਾ, ਗੁਣ ਨਿਧਾਨ ਭਗਤਨ ਕੋ ਵਰਤਨ। ਤੇ ਲਾ ਆਫ ਨੇਚਰ ਸਾਰਿਆਂ ਵਾਸਤੇ ਇੱਕੋ ਹੀ ਹੈ, ਉਹਨੂੰ ਫੋਲੋ ਕੀਤਾ ਜਾ ਸਕਦਾ ਹੈ। ਗੁਣ ਸਾਰਿਆਂ ਵਾਸਤੇ ਇੱਕੋ ਹੀ ਨੇ, ਉਹਨਾਂ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਮਿਲਾਇਆ ਜਾ ਸਕਦਾ ਹੈ, ਔਰ ਹਰ ਇਨਸਾਨ ਰੱਬ ਵਰਗਾ ਹੋ ਕੇ ਜੀ ਸਕਦਾ ਹੈ, ਆਪਣੇ ਜੀਵਨ ਨੂੰ ਮਹਾਨ ਬਣਾ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਦੇ ਸਿੱਧਾਂ ਦੇ ਨਾਲ ਇਹ ਮਹਾਨ ਵਿਚਾਰ ਨੇ। ਅੱਜ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ ਦੀ ਲੋੜ ਹੈ। ਉਦੋਂ ਵੀ ਉਹ ਸਿੱਧ ਜੋਗੀ ਜਿਹੜੇ ਨੇ ਅਸਲ ਜੀਵਨ ਦੇ ਮਾਰਗ ਤੋਂ ਭਟਕੇ ਹੋਏ ਸਨ, ਤੇ ਇਕੱਲੇ ਆਪ ਨਹੀਂ ਸੀ ਭਟਕੇ, ਹੋਰ ਲੋਕਾਂ ਨੂੰ ਵੀ ਉਹ ਭਟਕਾ ਰਹੇ ਸਨ। ਇਸੇ ਤਰ੍ਹਾਂ ਅੱਜ ਦੇ ਵੀ ਸਿੱਧ ਜੋਗੀ ਨੇ, ਉਹਨਾਂ ਦੇ ਰੂਪ ਬਦਲੇ ਨੇ, ਉਹਨਾਂ ਦੇ ਬਾਣੇ ਬਦਲੇ ਨੇ, ਗੱਲਬਾਤ ਬਦਲੀ ਹੈ, ਲੇਕਿਨ ਬੇਸ ਉਹੀ ਹੈ। ਆਪ ਵੀ ਭਟਕੇ ਹੋਏ ਨੇ, ਗ੍ਰਸਤ ਦਾ ਤਿਆਗ ਕਰਨਾ ਤੇ ਹੋਰ ਪੁੱਠੇ ਕੰਮਾਂ ਵਿੱਚ ਲੱਗੇ ਰਹਿਣਾ, ਤੇ ਆਮ ਜਨਤਾ ਨੂੰ ਵੀ ਭਟਕਾ ਰਹੇ ਨੇ। ਤੇ ਅਸੀਂ ਇਸ ਭਟਕਣ ਤੋਂ ਕਿਵੇਂ ਬਚ ਸਕਦੇ ਹਾਂ?
ਸਾਡੇ ਕੋਲ ਤੇ ਸਿੱਧਾ ਰਾਸਤਾ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਡੇ ਕੋਲ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇੱਥੇ ਤਾਂ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਥੇ ਤਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਕਿੰਨਾ ਸੌਖਾ ਰਾਸਤਾ ਹੈ ਸਾਡੇ ਲਈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।